ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ BA ਭਾਗ ਪਹਿਲਾ ਪੰਜਾਬੀ ਸਾਹਿਤ ਦੇ ਵਿਦਿਆਰਥੀਓ, ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਲ ਕੀਤੀ ਗਈ ਪਾਠ ਪੁਸਤਕ ਆਧੁਨਿਕ ਪੰਜਾਬੀ ਕਵਿਤਾ, ਜਿਸ ਵਿੱਚ ਆਧੁਨਿਕ ਪੰਜਾਬੀ ਕਵਿਤਾ ਨਾਲ ਸੰਬੰਧਿਤ ਪ੍ਰਮੁੱਖ ਕਵੀਆਂ ਦੀਆਂ ਪ੍ਰਤਿਨਿਧ ਕਾਵਿ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਹਨਾਂ ਦੇ ਬਾਰੇ ਆਪਾਂ ਪਿਛਲੇ ਸਮੇਂ ਤੋਂ ਲੈਕਚਰ ਲੜੀ ਸ਼ੁਰੂ ਕੀਤੀ ਹੋਈ ਹੈ ਔਰ ਇਸ ਲੈਕਚਰ ਲੜੀ ਦੇ ਅਖੀਰਲੇ ਲੈਕਚਰਾਂ ਦੇ ਵਿੱਚ ਅਸੀਂ ਜਿਹੜੇ ਕੁਝ ਕਵੀ ਰਹਿ ਗਏ ਉਹਨਾਂ ਦੀ ਗੱਲ ਕਰਦੇ ਹਾਂ। ਇਸ ਤੋਂ ਬਾਅਦ ਸਿਲੇਬਸ ਦੇ ਅਗਲੇ ਭਾਗਾਂ ਦੀ ਗੱਲ ਕੀਤੀ ਜਾਊਗੀ। ਨਾਵਲ ਹੈ ਤੁਹਾਡਾ ਇੱਕ ਜਸਵੰਤ ਕਮਲ ਦਾ ਰੂਪਧਾਰਾ, ਉਹਦੇ ਬਾਰੇ ਗੱਲ ਕੀਤੀ ਜਾਊਗੀ ਅਤੇ ਜਿਹੜੇ ਤੁਹਾਡੇ ਭਾਸ਼ਾ ਦੇ ਨਾਲ ਸੰਬੰਧਿਤ ਪ੍ਰਸ਼ਨ ਹਨਗੇ ਉਹਨਾਂ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਅੱਜ ਆਪਾਂ ਦੇਵਨੀਤ ਦੀ ਗੱਲ ਕਰ ਰਹੇ ਹਾਂ, ਪੰਜਾਬੀ ਕਵੀ ਦੇਵਨੀਤ, ਇਹਦੇ ਜੀਵਨ ਵੇਰਵੇ ਦੀ ਇਹਨਾਂ ਦੀ ਗੱਲ ਕਰਾਂਗੇ। ਉਸ ਤੋਂ ਬਾਅਦ ਇਹਨਾਂ ਨੇ ਜਿਹੜੀਆਂ ਦੋ ਕਵਿਤਾਵਾਂ ਤੁਹਾਡੇ ਕਾਵਿ ਸੰਗ੍ਰਹਿ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ, ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ। ਇਹਨਾਂ ਦੇ ਵਿੱਚ ਇੱਕ ਪਹਿਲੀ ਕਵਿਤਾ ਹੈਗੀ ਹੈ ਮਿਰਜ਼ਾ ਅੱਜ ਮਰਿਆ ਤੇ ਦੂਸਰੀ ਕਵਿਤਾ ਹੈਗੀ ਹੈ ਖੈਰਦੀਨ। ਇਹਨਾਂ ਦੋਨਾਂ ਕਵਿਤਾਵਾਂ ਦੀ ਆਪਾਂ ਗੱਲ ਕਰਾਂਗੇ। ਇਹਨਾਂ ਦੋਨਾਂ ਕਵਿਤਾਵਾਂ ਦੇ ਆਪਾਂ ਸਰਲ ਅਰਥ ਕਰਾਂਗੇ ਔਰ ਇਸ ਤੋਂ ਇਲਾਵਾ ਜਿਹੜੇ ਛੋਟੇ ਪ੍ਰਸ਼ਨ ਹੈਗੇ ਆ ਉਹਨਾਂ ਦੇ ਉੱਤਰਾਂ ਦੀ ਗੱਲ ਵੀ ਕਰਾਂਗੇ। ਪਹਿਲਾਂ ਆਪਾਂ ਕਵੀ ਦੇ ਜੀਵਨ ਵੇਰਵੇ ਤੇ ਉਹਦੀ ਪੰਜਾਬੀ ਸਾਹਿਤ ਦੀ ਨੂੰ ਦੇਣ ਬਾਰੇ ਗੱਲ ਕਰਦੇ ਹਾਂ। ਦੇਵਨੀਤ ਦਾ ਜਨਮ ਵਿਦਿਆਰਥੀ 1951 ਈਸਵੀ ਨੂੰ ਹੋਇਆ ਸੀ ਅਤੇ 2013 ਈਸਵੀ ਨੂੰ ਇਹਨਾਂ ਦੀ ਮੌਤ ਹੋ ਗਈ। ਇਹਨਾਂ ਦਾ ਜੀਵਨ ਵੇਰਵਾ ਸਾਰਾ ਇਹਨਾਂ 62-63 ਸਾਲਾਂ ਦੇ ਵਿੱਚ ਹੀ ਫੈਲਿਆ ਹੋਇਆ ਹੈ ਔਰ ਛੋਟੀ ਉਮਰ ਦੇ ਵਿੱਚ ਹੀ ਤਕਰੀਬਨ ਇਸ ਦੁਨੀਆ ਤੋਂ ਚਲੇ ਗਏ ਸੀਗੇ। ਸਾਹਿਤਕ ਖੇਤਰ ਦਾ ਦੇਵਨੀਤ ਆਪਣੀ ਸਧਾਰਨ ਜ਼ਿੰਦਗੀ ਵਿੱਚ ਬਲਦੇਵ ਸਿੰਘ ਸਿੱਧੂ, ਬਲਦੇਵ ਮਾਸਟਰ, ਇਹਨਾਂ ਦਾ ਜਿਹੜਾ ਅਸਲੀ ਨਾਂ ਸੀਗਾ ਬਲਦੇਵ ਸਿੰਘ ਸਿੱਧੂ ਜਾਂ ਬਲਦੇਵ ਮਾਸਟਰ ਸੀਗਾ, ਇਹਦੇ ਨਾਂ ਨਾਲ ਹੀ ਜਾਣੇ ਜਾਂਦੇ ਹੈ। ਦੇਵਨੀਤ ਦਾ ਜਨਮ ਮੱਧ ਵਰਗੀ ਪਰਿਵਾਰ ਵਿੱਚ 23 ਮਾਰਚ 1951 ਈਸਵੀ ਨੂੰ ਜ਼ਿਲ੍ਹਾ ਬਠਿੰਡਾ ਦੇ ਛੋਟੇ ਜਿਹੇ ਪਿੰਡ ਨੰਗਲਾਂ ਵਿਖੇ ਹੋਇਆ। ਨੰਗਲਾਂ ਪਿੰਡ ਮਾਨਸਾ ਜ਼ਿਲ੍ਹੇ ਦੇ ਵਿੱਚ, ਬਠਿੰਡਾ ਜ਼ਿਲ੍ਹੇ ਦੇ ਹੱਦ ਜੇ ਤੇ ਇੱਥੇ ਪੈਂਦਾ ਹੈਗਾ। ਬਚਪਨ ਵਿੱਚ ਪਿਤਾ ਦਾ ਸਿਰ ਤੋਂ ਸਾਇਆ ਉੱਠ ਜਾਣ ਕਾਰਨ ਦੇਵਨੀਤ ਜ਼ਿੰਦਗੀ ਰੂਪੀ ਬੇੜੀ ਦਾ ਮਲਾਹ ਅਤੇ ਮੁਸਾਫਰ ਖੁਦ ਹੀ ਬਣਿਆ। ਦੇਵਨੀਤ ਸੂਖਮ ਅਤੇ ਸੰਵੇਦਨਸ਼ੀਲ ਵਿਅਕਤੀ ਹੈ। ਬਚਪਨ ਦੇ ਜ਼ਿੰਦਗੀ ਵਿਚਲੇ ਹਾਲਾਤਾਂ ਨੇ ਉਸ ਦੀ ਕਲਮ ਦੇ ਅਹਿਮ ਪ੍ਰਭਾਵ ਪਾਇਆ। MA ਦੌਰਾਨ ਉਸ ਦੇ ਮਨ ਉੱਪਰ ਗੁਰਮਤ ਵਿਚਾਰਧਾਰਾ ਦਾ ਗਹਿਰਾ ਅਸਰ ਹੋਇਆ। ਵਿਦਿਆਰਥੀਓ, ਜਿਹੜਾ ਇਹਨਾਂ ਦਾ ਬਚਪਨ ਸੀਗਾ ਉਹ ਪਿੰਡਾਂ ਦੇ ਵਿੱਚ ਗੁਜ਼ਰਿਆ ਔਰ ਮੱਧ ਵਰਗੀ ਪਰਿਵਾਰ ਦੇ ਨਾਲ ਸੰਬੰਧਿਤ ਸੀਗਾ ਔਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਨੰਗਲਾਂ ਵਿਖੇ ਇਹਨਾਂ ਦਾ ਜਨਮ ਹੋਇਆ ਸੀਗਾ। ਛੋਟੀਆਂ ਗੱਲਾਂ ਜਿਹੜੀਆਂ ਆਪਾਂ ਇਹਨਾਂ ਬਾਰੇ ਗੱਲ ਕਰ ਰਹੇ ਹਾਂ, ਇੱਕ ਸਧਾਰਨ ਪਰਿਵਾਰ ਨਾਲ ਸੰਬੰਧਿਤ ਸੀ, ਪਿੰਡ ਦੇ ਨਾਲ ਸੰਬੰਧਿਤ ਸੀ ਔਰ ਬਚਪਨ ਦੇ ਵਿੱਚ ਫਾਦਰ ਦੀ ਮੌਤ ਹੋਣ ਤੋਂ ਬਾਅਦ ਇਹਨਾਂ ਨੇ ਸਾਰੀ ਜ਼ਿੰਦਗੀ ਜਾਂ ਸਮੁੱਚੇ ਜਿਹੜੀ ਪਰਿਵਾਰਕ ਜ਼ਿੰਮੇਵਾਰੀਆਂ ਹੈਗੀਆਂ ਆਪਣੇ ਸਿਰ ਤੇ ਲੈ ਲਈਆਂ ਔਰ ਉਦੋਂ ਬਾਅਦ ਮਾਸਟਰ ਕੇਡਰ ਦੇ ਵਿੱਚ ਚੁਣੇ ਗਏ। ਇਹ ਬਚਪਨ ਦੇ ਜ਼ਿੰਦਗੀ ਵਿਚਲੇ ਹਾਲਾਤਾਂ ਨੇ ਉਸ ਦੀ ਕਲਮ ਤੇ ਅਹਿਮ ਪ੍ਰਭਾਵ ਪਾਇਆ, ਕਿਉਂਕਿ ਉਹ ਬਚਪਨ ਦੇ ਵਿੱਚ ਜਦੋਂ ਤਲਖ ਹਕੀਕਤਾਂ ਦੇ ਨਾਲ ਉਹਦਾ ਸੰਬੰਧ ਪੈਂਦਾ ਹੈਗਾ, ਤਲਖ ਹਕੀਕਤਾਂ ਦੇ ਨਾਲ ਉਹਦਾ ਸਾਹਮਣਾ ਹੁੰਦਾ ਹੈ ਤੇ ਉਸ ਦੀ ਜ਼ਿੰਦਗੀ ਦੇ ਉੱਪਰ, ਆਉਣ ਵਾਲੀ ਜ਼ਿੰਦਗੀ ਦੇ ਉੱਪਰ ਬਹੁਤ ਪ੍ਰਭਾਵ ਪਿਆ। MA ਦੌਰਾਨ ਉਸ ਦੇ ਮਨ ਉੱਪਰ ਗੁਰਮਤ ਵਿਚਾਰਧਾਰਾ ਦਾ ਗਹਿਰਾ ਪ੍ਰਭਾਵ ਪਿਆ। ਉਸਨੇ ਆਪਣੇ ਨਾਮ ਨਾਲ ਲੱਗਿਆ ਸਿੱਧੂ ਨਾਮ ਲਿਖਣਾ ਬੰਦ ਕਰ ਦਿੱਤਾ, ਗੁਰਮਤ ਵਿਚਾਰਧਾਰਾ ਕਰਕੇ ਹੀ, ਕਿਉਂਕਿ ਉਸਨੂੰ ਇਹ ਜਾਤੀਗਤ ਹਉਮੈ ਦਾ ਪ੍ਰਤੀਕ ਲੱਗਿਆ। ਦੇਵਨੀਤ ਦੀ ਕਾਵਿ ਰਚਨਾ ਬੁੱਲੇ ਸ਼ਾਹ ਨਾਨਕ ਅਤੇ ਉਸ ਦੀ ਨਿੱਜੀ ਜ਼ਿੰਦਗੀ ਦੇ ਹਾਲਾਤਾਂ ਤੋਂ ਪ੍ਰਭਾਵਿਤ ਨਜ਼ਰ ਆਉਂਦੀ ਹੈ। ਜਿਹੜੇ ਸਾਡੇ ਪਹਿਲਾਂ ਪੰਜਾਬੀ ਸਾਹਿਤ ਦੇ ਨਾਮਵਰ ਕਵੀ ਅਤੇ ਸਾਡੇ ਸਿੱਖ ਧਰਮ ਦੇ ਬਾਨੀ ਸ਼ਾਇਦ ਸ੍ਰੀ ਗੁਰੂ ਨਾਨਕ ਦੇਵ ਜੀ, ਉਹਨਾਂ ਦਾ ਤੇ ਬੁੱਲੇ ਸ਼ਾਹ ਦਾ ਇਹਨਾਂ ਦੀ ਜ਼ਿੰਦਗੀ ਦੇ ਉੱਪਰ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਸਾਹਿਤਕ ਖੇਤਰ ਵਿੱਚ ਦੇਵਨੀਤ ਦਾ ਪ੍ਰਵੇਸ਼ ਉਸ ਦੁਆਰਾ ਲਿਖੀ ਕਵਿਤਾ ਮਾਂ ਨਾਲ ਹੁੰਦਾ ਹੈ। ਇਹ ਕਵਿਤਾ ਅਗਸਤ 1933 ਈਸਵੀ ਵਿੱਚ ਨਾਗਮਣੀ, ਇਹ ਨਾ 1933 ਵਿਦਿਆਰਥੀਓ ਗਲਤ ਲਿਖਿਆ ਹੋਇਆ ਹੈਗਾ, ਕਿਉਂਕਿ ਇਹਨਾਂ ਦਾ ਜਨਮ ਹੀ 1951 ਦੇ ਵਿੱਚ ਹੋਇਆ ਸੀ। ਇਹ ਤਰੀਕ ਕੋਈ ਹੋਰ ਹੈ, ਹੋ ਸਕਦਾ 1993 ਹੋਵੇ। ਉਹਨੇ ਜਿਹੜੀ ਪਹਿਲੀ ਕਵਿਤਾ ਜਿਹੜੀ ਹੈ ਨਾ ਅਗਸਤ ਦੇ ਵਿੱਚ ਛਪ ਜਾਂਦੀ ਹੈ, ਨਾਗਮਣੀ ਰਸਾਲੇ ਦੇ ਵਿੱਚ ਛਪਦੀ ਹੈ। ਦੇਵਨੀਤ ਦੇ ਲਲਿਤ ਨਿਬੰਧ ਵੀ ਕਾਫੀ ਰੌਚਕ ਹਨ। ਦੇਵਨੀਤ ਦਾ ਪਲੇਠਾ ਕਾਵਿ ਸੰਗ੍ਰਹਿ ਕਾਗਜ਼ ਤੇ ਕੰਦਰਾਂ 1996 ਈਸਵੀ ਦੇ ਵਿੱਚ ਛਪਿਆ। ਕਾਗਜ਼ ਤੇ ਕੰਦਰਾਂ, ਇਹ 1996 ਈਸਵੀ ਦੇ ਵਿੱਚ ਉਹਨਾਂ ਦਾ ਜਿਹੜਾ ਪਹਿਲਾ ਕਾਵਿ ਸੰਗ੍ਰਹਿ ਆ ਉਹ ਛਪ ਜਾਂਦਾ ਹੈ ਔਰ ਪੰਜਾਬੀ ਕਵਿਤਾ ਦੇ ਵਿੱਚ ਇਹਦੇ ਨਾਲ ਉਹਨਾਂ ਦੇ ਬਾਰੇ ਚਰਚਾ ਹੋਣੀ ਵਿਦਿਆਰਥੀਓ ਸ਼ੁਰੂ ਹੋ ਜਾਂਦੀ ਹੈ। ਉਸ ਤੋਂ ਬਾਅਦ ਕੀ ਹੈ ਕਿ ਜਿਹੜੇ ਬਾਕੀ ਜਿਹੜੇ ਕਾਵਿ ਸੰਗ੍ਰਹਿ ਸੀ ਉਹਨਾਂ ਦੇ ਵਿੱਚ ਉਹਨਾਂ ਦੇ ਪ੍ਰਮੁੱਖ ਕਾਵਿ ਸੰਗ੍ਰਹਿ ਜਿਹੜੇ ਹੇਠਾਂ ਆਪਾਂ ਦੱਸ ਦਿਆਂਗੇ, ਇਹਨਾਂ ਦੀ ਜ਼ਿਕਰ ਕਰਦੇ ਹਾਂ। ਦੇਖੋ, ਪੱਥਰ ਤੇ ਪਈ ਸੈਕਸੋਫੋਨ
पत्थर ते पई सैक्सोफोन। एक तो ये इन्हों का काव्य संग्रह हैगा। दूसरा हैगा अगले ये 1999 छपिया सीगा। फिर यात्री ध्यान देन 2003 ईस्वी दे विच, हुण स्टालिन चुप है 2009 ईस्वी दे विच। इस तरह के नाल उन्हां दे चार काव्य संग्रह मिलते सानू। कागज ते कंदरां, पत्थर ते पई सैक्सोफोन, यात्री ध्यान देन, हुण स्टालिन चुप है। ये उन्हां दे 4 काव्य संग्रह हैगे है ਜਿਹੜੇ ਪੰਜਾਬੀ ਸਾਹਿਤ ਦੇ ਵਿੱਚ ਸਾਨੂੰ ਮਿਲਦੇ ਹੈ। ਦੇਵਨੀਤ ਦੇ ਸਾਰੇ ਕਾਵਿ ਸੰਗ੍ਰਹਿ ਜਿੱਥੇ ਵਿਸ਼ੇ ਪੱਖੋਂ ਸਮਾਜ ਦੇ ਹਰ ਖੇਤਰ ਨੂੰ ਕਲਾਵੇ ਵਿੱਚ ਲੈਂਦੇ ਹਨ। ਆਪਣੀ ਜਿੰਨੇ ਵੀ ਉਹਨਾਂ ਦੇ ਕਾਵਿ ਸੰਗ੍ਰਹਿ ਹੈ ਨਾ, ਸਮਾਜ ਦਾ ਹਰ ਇੱਕ ਵਿਸ਼ਾ, ਸਮਾਜ ਦਾ ਹਰ ਇੱਕ ਪੱਖ ਆਪਣੇ ਆਪ ਦੇ ਵਿੱਚ ਵਿਸ਼ੇ ਦੇ ਰੂਪ ਦੇ ਵਿੱਚ ਪੇਸ਼ ਹੁੰਦਾ ਉਹਨਾਂ ਦੀ ਕਵਿਤਾ ਦੇ ਵਿੱਚ। ਉੱਥੇ ਨਾਲ ਹੀ ਉਹਨਾਂ ਦੀ ਕਲਾ ਪੱਖੋਂ ਵੀ ਕਵਿਤਾ ਜਿਹੜੀ ਉਹ ਪੂਰਨ ਹੈ, ਸੰਪੂਰਨ ਹੈ, ਪੂਰੀ ਸੂਰੀ ਹੈ, ਕੋਈ ਉਹਦੇ 'ਚ ਊਣਤਾ ਹੀ ਨਹੀਂ ਮਹਿਸੂਸ ਹੁੰਦੀ। ਦੇਵਨੀਤ ਪਰੰਪਰਾ ਨਾਲ ਸੰਵਾਦ ਰਚਾਉਂਦਾ ਹੋਇਆ ਘਸੀਆਂ ਪੀਟੀਆਂ ਮਰਿਆਦਾਵਾਂ ਨੂੰ ਤੋੜਦਾ ਹੋਇਆ ਨਵੀਆਂ ਲੀਹਾਂ ਦੀ ਤਲਾਸ਼ ਕਰਦਾ ਹੈ। ਉਹ ਆਪਣੇ ਰਾਹ ਖੁਦ ਬਣਾਉਣ ਵਾਲਾ ਅਨੁਭਵੀ ਕਵੀ ਹੈ। ਦੇਵਨੀਤ ਅਜੋਕੇ ਪੂੰਜੀਵਾਦ ਦੌਰ ਵਿੱਚ, ਪੂੰਜੀਦਾਰੀ ਦੌਰ ਵਿੱਚ, ਜਿਹੜਾ ਪੂੰਜੀਵਾਦੀ ਦੌਰ ਹੈ ਨਾ ਵਰਤਮਾਨ, ਜਿਹਦੇ ਵਿੱਚ ਇਨਸਾਨ ਪੈਸੇ ਦੇ ਮਗਰ ਲੱਗ ਕੇ ਅੰਨਾ ਹੋਇਆ ਫਿਰਦਾ ਹੈ, ਉਸ ਦੌਰ ਦੇ ਮਨੁੱਖ ਦੀਆਂ ਲਾਲਸਾਵਾਂ ਨੂੰ ਆਪਣੀ ਕਵਿਤਾ 'ਚ ਪੇਸ਼ ਕਰਦਾ, ਕਿਉਂਕਿ ਇਹਨਾਂ ਬਾਰੇ ਉਹ ਭਲੀ ਭਾਂਤ ਜਾਣੂ ਹੈ। ਉਹ ਅਜੋਕੇ ਉਪਭੋਗੀ ਮਨੁੱਖ ਨੂੰ ਆਤਮ ਚਿੰਤਨ ਦੁਆਰਾ ਮਾਨਸਿਕ ਸਕੂਨ ਪ੍ਰਾਪਤ ਕਰਨ ਦੀ ਗੱਲ ਸਮਝਾਉਂਦਾ ਹੈ। ਅਜਿਹੇ ਵਿਚਾਰਾਂ ਦੀ ਪੇਸ਼ਕਾਰੀ ਸਮੇਂ ਕਵੀ ਦੀ ਭਾਸ਼ਾ ਉੱਪਰ ਅਧਿਆਤਮਿਕ ਰੰਗ ਦਾ ਪ੍ਰਭਾਵ ਵੀ ਨਜ਼ਰ ਆਉਂਦਾ ਹੈ। ਦੇਵਨੀਤ ਦੀ ਕਾਵਿ ਭਾਸ਼ਾ ਸਥਾਪਿਤ ਵਿਵਸਥਾ ਪ੍ਰਤੀਰੋਧੀ ਸੁਰ ਅਖਤਿਆਰ ਕਰਦੀ ਹੈ। ਉਹਦੀ ਜਿਹੜੀ ਕਾਵਿ ਭਾਸ਼ਾ ਹੈ ਨਾ, ਜਿਹੜੀ ਸਥਾਪਿਤ ਵਿਵਸਥਾ ਹੈ, ਜਿਸ ਵਿੱਚ ਮਨੁੱਖ ਪੀੜਤ ਹੈ, ਜਿਸ ਵਿੱਚ ਮਨੁੱਖ ਦੁਖੀ ਹੋ ਰਿਹਾ ਹੈ, ਉਹਦੇ ਖਿਲਾਫ, ਉਹਦੇ ਉਲਟ ਕਿਤੇ ਨਾ ਕਿਤੇ ਉਹ ਗੱਲ ਕਰਦਾ, ਕਿਉਂਕਿ ਵੀ ਇਹ ਸਥਿਤੀਆਂ ਕਿਉਂ ਸਿਰਜੀਆਂ ਗਈਆਂ ਮਨੁੱਖ ਲਈ, ਉਹਦੇ ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਦੇਵਨੀਤ ਕੁਦਰਤ ਦਾ ਅਰਥ ਨਿਰੂਪਣ ਕਰਦਾ ਹੋਇਆ ਪ੍ਰਕਿਰਤੀ ਚਿਹਨਾਂ ਦੀ ਵਰਤੋਂ ਕਰਦਾ ਕਾਵਿ ਸਿਰਜਣਾ ਇੱਕ ਚੁੱਪ ਦੀ ਭਾਸ਼ਾ ਵਿੱਚ ਕਰਦਾ ਹੈ। ਪ੍ਰਕਿਰਤੀ ਚਿਤਰਨ ਵੀ ਉਹਦੀ ਕਵਿਤਾ ਦੇ ਵਿੱਚ ਮਿਲਦਾ ਹੈ। ਪ੍ਰਕਿਰਤੀ ਤੋਂ ਅਜਿਹੇ ਬਿੰਬ ਚਿਹਨ ਲੈਂਦਾ ਹੈ ਔਰ ਆਪਣੀ ਕਵਿਤਾ ਦੇ ਅਰਥਾਂ ਨੂੰ ਹੋਰ ਡੂੰਘਾ ਕਰਦਾ ਹੈ। ਉਹਨਾਂ ਦੀ ਪੇਸ਼ਕਾਰੀ ਦੇ ਵਿੱਚ ਉਹਦਾ ਸਹਿਯੋਗ ਲੈਂਦਾ ਹੈ। ਮਨੁੱਖ ਦੀ ਕੁਦਰਤ ਪ੍ਰਤੀ ਸੰਵੇਦਨਹੀਨਤਾ, ਮੁਨਾਫੇ ਹਿੱਤ ਕੁਦਰਤ ਸੰਸਥਾਨਾਂ ਦਾ ਘਾਣ, ਜਿਹੜੇ ਕੁਦਰਤੀ ਸਾਧਨ ਹੈ ਨਾ, ਕੁਦਰਤੀ ਸੰਸਾਧਨ ਹੈ ਜਿਹੜੇ, ਉਹਨਾਂ ਦਾ ਘਾਣ ਮਨੁੱਖ ਅੱਜ ਕਿਵੇਂ ਕਰ ਰਿਹਾ। ਜਿਵੇਂ ਅਸੀਂ ਖੇਤੀ ਤੋਂ ਵੱਧ ਪੈਦਾਵਾਰ ਲੈਣ ਦੇ ਲਈ ਜ਼ਮੀਨ ਦੇ ਨਾਲ ਕਿਸ ਤਰ੍ਹਾਂ ਅਸੀਂ ਧਰੋ ਕਰ ਰਹੇ ਹੈਗੇ ਹਾਂ, ਵਾਧੂ ਕੀੜੇ ਮਾਰ ਦਵਾਈਆਂ, ਜਾਂ ਅਸੀਂ ਵਾਧੂ ਉਹਦੇ 'ਚ ਰੇਹਾਂ ਸਪਰੇਹਾਂ ਕਰੀ ਜਾਂਦੇ ਹਾਂ। ਇਸੇ ਤਰ੍ਹਾਂ ਨਾਲ ਹੋਰ ਕੁਦਰਤੀ ਸਾਧਨ, ਜਿਵੇਂ ਸਾਡੇ ਪਾਣੀ ਵੀ ਪਲੀਤ ਹੋਈ ਜਾਂਦੇ ਹੈ। ਅਸੀਂ ਹੱਦੋਂ ਵੱਧ ਫੈਕਟਰੀਆਂ ਲਾਈਆਂ, ਉਹਨਾਂ ਫੈਕਟਰੀਆਂ ਦਾ ਜਿਹੜਾ ਪਾਣੀ ਗੰਦਾ ਹੈਗਾ ਸਾਡੇ ਕੁਦਰਤੀ ਸਾਧਨਾਂ ਨੂੰ ਖਰਾਬ ਕਰ ਰਿਹਾ। ਉਹਨਾਂ ਦੇ ਘਾਣ ਬਾਰੇ ਵੀ ਆਪਣੀ ਕਵਿਤਾ ਦੇ ਵਿੱਚ ਗੱਲ ਕਰਦਾ। ਉਹਨਾਂ ਸਾਰੀਆਂ ਗੱਲਾਂ ਨੂੰ ਸੰਜੀਦਗੀ ਨਾਲ ਆਪਣੀ ਕਵਿਤਾ ਦੇ ਵਿੱਚ ਦੇਵਨੀਤ ਪੇਸ਼ ਕਰਦਾ। ਉਹ ਸਮਾਜ ਦੇ ਅਸਾਵੇਪਣ ਅਤੇ ਕੁਰੀਤੀਆਂ ਨੂੰ ਤਣਜ ਅਤੇ ਵਿਅੰਗ ਦੀ ਭਾਸ਼ਾ ਦੁਆਰਾ ਪੇਸ਼ ਕਰਦਾ। ਸਮਾਜ ਦੇ ਵਿੱਚ ਜਿਹੜੀ ਸਾਡੀ ਵਰਗ ਬਣੇ ਹੋਏ ਆ, ਅਮੀਰ ਗਰੀਬ ਵਰਗ ਹੋ ਗਿਆ, ਜਾਤੀ ਪ੍ਰਥਾ ਹੋ ਗਈ, ਉਹਦੇ ਤੇ ਵੀ ਕਿਤੇ ਨਾ ਕਿਤੇ ਉਹ ਕਮੈਂਟ ਕਰਦਾ ਆਪਣੀ ਕਵਿਤਾ ਦੇ ਵਿੱਚ। ਹੋਰ ਕਈ ਤਰ੍ਹਾਂ ਦੀਆਂ ਕੁਰੀਤੀਆਂ ਜਿਹੜੀਆਂ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਨਾ ਵਿਦਿਆਰਥੀਓ, ਉਹਦੇ ਬਾਰੇ ਵੀ ਉਹ ਤਣਜ ਤੇ ਵਿਅੰਗ ਆਪਣੀ ਕਵਿਤਾ ਦੇ ਵਿੱਚ ਪੇਸ਼ ਕਰ ਦਿੰਦਾ। ਉਹਦੀ ਭਾਸ਼ਾ ਹੀ ਇਸ ਤਰ੍ਹਾਂ ਦੀ ਹੈਗੀ ਹੈ। ਦੇਵਨੀਤ ਵੱਖ-ਵੱਖ ਵਿਸ਼ਿਆਂ ਨੂੰ ਸੁਭਕ ਅਤੇ ਸੰਕੇਤਕ ਅੰਦਾਜ਼ ਵਿੱਚ ਪੇਸ਼ ਕਰਦਾ ਹੈ। ਉਹ ਕਵਿਤਾ ਦੀ ਹੋਂਦ ਉਸਦੀ ਪਰਫਾਰਮੈਂਸ ਵਿੱਚ ਮੰਨਦਾ ਹੋਇਆ ਕਾਵਿ ਕਲਾ ਉੱਪਰ ਵਿਸ਼ੇਸ਼ ਧਿਆਨ ਕੇਂਦਰਿਤ ਕਰਦਾ ਹੈ। ਮਿਰਜ਼ਾ ਅੱਜ ਮਰਿਆ ਹੈ, ਇਹ ਉਹਦੀ ਕਵਿਤਾ ਹੈ। ਮਿਰਜ਼ਾ ਅੱਜ ਮਰਿਆ ਹੈ ਤੁਹਾਡੀ ਪਾਠ ਪੁਸਤਕ ਦੇ ਵਿੱਚ ਜਿਹੜੀ ਸ਼ਾਮਲ ਕੀਤੀ ਗਈ ਕਵਿਤਾ ਪਹਿਲੀ, ਮਿਰਜ਼ਾ ਅੱਜ ਮਰਿਆ ਹੈ। ਇਹ ਕਵਿਤਾ ਦਾ ਕੇਂਦਰੀ ਭਾਵ ਪੇਂਡੂ ਅਰਥਸਾਰੇ ਵਿੱਚ ਪੰਜਾਬ ਦੇ ਉਸ ਜੱਟ ਕਿਸਾਨ ਦੀ ਮਾਨਸਿਕ ਦਸ਼ਾ ਦਾ ਵਰਣਨ ਹੈ, ਜਿਹੜਾ ਕਹਿਣ ਨੂੰ ਜੱਟ ਹੈ ਪਰ ਕਰਜ਼ੇ ਦੇ ਭਾਰ ਥੱਲੇ ਦੱਬਿਆ ਹੋਇਆ। ਸ਼ਰਾਬ ਪੀ ਕੇ ਉਹ ਆਪਣੇ ਆਪ ਨੂੰ ਮਿਰਜ਼ਾ ਸਮਝਦਾ ਹੈ, ਪਰ ਜਦੋਂ ਕਰਜ਼ੇ ਵਾਲੇ ਜੀਵ ਲੈ ਕੇ ਆਉਂਦੇ ਹਨ ਤਾਂ ਉਸ ਦੀ ਸਾਰੀ ਜਿੰਦਗੀ ਦੂਰ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਖੈਰਦੀਨ ਦੇਵਨੀਤ ਦੀ ਫਿਰਕੂ ਹਿੰਸਾ ਦੇ ਸਹਿਮ ਦੀ ਕਵਿਤਾ ਹੈ, ਜਿਸ ਵਿੱਚ ਖੈਰਦੀਨ ਪੰਜਾਬ ਵਿਚਲੇ ਹਿੰਸਾ ਦੇ ਦਿਨਾਂ ਵਿੱਚ ਸੱਜਣ ਸਿੰਘ ਬਣ ਜਾਂਦਾ ਹੈ, ਪਰ ਉਸਦੇ ਅੰਦਰ ਕਿਧਰੇ ਖੈਰਦੀਨ ਜਿੰਦਾ ਰਹਿੰਦਾ ਹੈ। ਜਿਹੜਾ 1947 ਦੇ ਵਿੱਚ ਸਾਡੇ ਫਿਰਕੂ ਫਸਾਦ ਹੋਏ ਸੀ ਨਾ, ਉਹਦੇ ਵਿੱਚ ਕੁਝ ਮੁਸਲਮਾਨ ਸਾਡੇ ਪੰਜਾਬ ਦੇ ਵਿੱਚ ਇੱਧਰ ਰਹਿ ਗਏ ਸੀ ਤੇ ਉਹਨਾਂ ਨੇ ਆਪਣੇ ਨਾਂ ਬਦਲ ਲਏ ਸੀਗੇ ਔਰ ਆਪਣਾ ਧਰਮ ਚੇਂਜ ਕੀਤਾ ਸੀਗਾ, ਪਰ ਉਹਨਾਂ ਦੇ ਜਿਹੜਾ ਅੰਦਰਲਾ ਧਰਮ ਆ ਉਹ ਨਹੀਂ ਮਰਿਆ ਸੀਗਾ। ਕਵੀ ਇਹ ਸਮਝਾਉਂਦਾ ਹੈ, ਜੋ ਡਰ ਨਵਾਜ਼ਾਂ ਵੀ ਪੜ੍ਹਦਾ ਹੈ ਤੇ ਆਪਣੇ ਮੁਸਲਮਾਨ ਰਿਸ਼ਤੇਦਾਰਾਂ ਨੂੰ ਵੀ ਮਿਲਦਾ ਰਹਿੰਦਾ ਹੈ।
ਉਹ ਅਸਲ ਦੇ ਵਿੱਚ ਉਹਦੀ ਰਿਸ਼ਤੇਦਾਰੀ ਉਵੇਂ ਕਾਇਮ ਰਹਿੰਦੀ ਹੈ ਤੇ ਡਰ ਡਰ ਕੇ ਉਹ ਉਸੇ ਤਰ੍ਹਾਂ ਨਵਾਜ਼ ਵੀ ਪੜ੍ਹਦਾ ਰਹਿੰਦਾ ਹੈ। ਇਸ ਕਵਿਤਾ ਵਿੱਚ ਮਨੁੱਖੀ ਹੋਣ ਦੀ ਦਿਵਯਾਤਮਿਕ ਮਾਨਸਿਕਤਾ ਦੀ ਝਲਕ ਪੈਂਦੀ ਹੈ, ਜੋ ਸ਼ਾਂਤੀ ਦੇ ਮਾਹੌਲ ਵਿੱਚ ਵੀ ਕਿਸੇ ਅਣਹੋਏ ਸਹਿਮ ਵਿੱਚ ਜੀ ਰਿਹਾ ਹੈ। ਤੇ ਜਦੋਂ ਇਹ ਹਾਲਾਤ ਸਾਰੇ ਠੀਕ ਹੋ ਗਏ ਸੀ, ਉਦੋਂ ਬਾਅਦ ਵੀ ਉਹ ਇਸੇ ਪ੍ਰਕਿਰਿਆ ਨੂੰ ਜਾਰੀ ਰੱਖਦਾ ਹੈ। ਕਵੀ ਇਹ ਗੱਲ ਕਹਿੰਦਾ। ਆਪਾਂ ਹੁਣ ਇਹਨਾਂ ਦੀਆਂ ਜਿਹੜੀਆਂ ਦੋਨੇ ਕਵਿਤਾਵਾਂ ਉਹਨਾਂ ਦੀ ਗੱਲ ਕਰਦੇ ਹਾਂ। ਪਹਿਲੀ ਕਵਿਤਾ ਮਿਰਜ਼ਾ ਅੱਜ ਮਰਿਆ, ਬੜੀ ਸੋਹਣੀ ਕਵਿਤਾ ਵਿਦਿਆਰਥੀਓ ਇਹ। ਇਸ ਕਵਿਤਾ ਦੇ ਵਿੱਚ ਜਿਹੜਾ ਸਾਡਾ ਪੰਜਾਬ ਦਾ ਜੱਟ ਹੈ, ਜ਼ਿਮੀਂਦਾਰ ਹੈ, ਉਹਦੀ ਅਣਖ ਦੀ ਗੱਲ ਕੀਤੀ ਹੈ, ਉਹਦੇ ਹਉਮੈ ਦੀ ਗੱਲ ਕੀਤੀ ਹੈ, ਉਹਦੀ ਸੋਚ ਦੀ ਗੱਲ ਕੀਤੀ ਹੈ ਕਿ ਜਿਹੜਾ ਸਾਡਾ ਹਰੀ ਕ੍ਰਾਂਤੀ ਤੋਂ ਪਹਿਲਾਂ ਵਾਲਾ ਜੱਟ ਸੀਗਾ, ਉਹਦੀ ਜਿਹੜਾ ਸੋਚ ਸੀਗੀ, ਉਹਦਾ ਇੱਕ ਵਿਸ਼ਵਾਸ ਸੀਗਾ, ਉਹ ਕਿੰਨਾ ਉੱਪਰ ਸੀਗਾ। ਤੇ ਅੱਜ ਦਾ ਜਿਹੜਾ ਜ਼ਿਮੀਂਦਾਰ, ਅੱਜ ਦਾ ਜਿਹੜਾ ਜੱਟ ਹੈਗਾ, ਹਰੀ ਕ੍ਰਾਂਤੀ ਤੋਂ ਬਾਅਦ ਕਿਸ ਢੰਗ ਦੇ ਨਾਲ ਤਿਲ ਤਿਲ ਕਰਕੇ ਮਰ ਰਿਹਾ ਹੈ, ਇਹਦੇ ਬਾਰੇ ਗੱਲ ਕੀਤੀ ਹੈ ਕਿ ਕਿੱਦਾਂ ਉਹਨੇ ਆਪਣੇ ਖਰਚੇ ਵਧਾ ਲਿਆ, ਖਰਚੇ ਵਧਾਉਣ ਤੋਂ ਬਾਅਦ ਕਰਜ਼ੇ ਲੈ ਲਿਆ, ਕਰਜ਼ੇ ਲੈਣ ਤੋਂ ਬਾਅਦ ਫਿਰ ਉਹ ਆਤਮ ਹੱਤਿਆ ਵੱਲ ਵੱਧਦਾ ਹੈ। ਇਸ ਦੇ ਬਾਰੇ ਵਿਸਥਾਰ ਦੇ ਵਿੱਚ ਗੱਲ ਕੀਤੀ ਹੈ ਕਵੀ ਨੇ ਇਸ ਕਵਿਤਾ ਦੇ ਵਿੱਚ। ਕਈ ਪੁਆਇੰਟ ਉਹਨੇ ਇਸ ਕਵਿਤਾ ਦੇ ਵਿੱਚ ਪੇਸ਼ ਕੀਤੇ, ਜਿਵੇਂ ਜਿਹੜੀ ਜੱਟ ਦੀ ਸੋਚ ਹੈਗੀ ਹੈ, ਜੱਟ ਦਾ ਅੰਦਰਲਾ ਸੋਚ ਹੈਗੀ ਆ, ਉਹ ਕਿਸ ਤਰ੍ਹਾਂ ਅੱਜ ਖਤਮ ਹੋ ਰਹੀ ਹੈ। ਮਿਰਜ਼ਾ ਇੱਕ ਉਹਨੇ ਪ੍ਰਤੀਕ ਲੈਤਾ ਹੈ, ਜੱਟ ਦਾ ਪ੍ਰਤੀਕ ਲੈਤਾ ਹੈ, ਜ਼ਿਮੀਂਦਾਰ ਦਾ ਪ੍ਰਤੀਕ ਲੈਤਾ ਹੈ। ਜਿਹੜਾ ਸਾਡੇ ਜੱਟ ਜ਼ਿਮੀਂਦਾਰ ਦੇ ਵਿੱਚ ਵਿਸ਼ਵਾਸ ਸੀਗਾ ਪਹਿਲਾਂ ਵਾਲਾ, ਅਣਖ ਵਾਲਾ, ਜਾਂ ਜਿਹੜੀਆਂ ਸਥਿਤੀਆਂ ਦੇ ਨਾਲ ਸਿੱਧੇ ਮੱਥੇ ਟੱਕਰਨ ਵਾਲਾ ਪ੍ਰਤੀਕ ਸੀਗਾ, ਇੱਕ ਬਿੰਬ ਸੀਗਾ ਉਹਦਾ, ਜਾਂ ਸੰਘਰਸ਼ ਕਰਨ ਦਾ ਇੱਕ ਜਿਹੜਾ ਉਹਦੇ ਚ ਮਾਦਾ ਸੀਗਾ, ਉਹ ਅੱਜ ਕਿਵੇਂ ਹੌਲੀ ਹੌਲੀ ਖਤਮ ਹੋ ਰਿਹਾ, ਉਹਦੇ ਬਾਰੇ ਗੱਲ ਕਵਿਤਾ ਦੇ ਵਿੱਚ ਕਰਦਾ ਕਵੀ। ਜੰਡ ਥੱਲੇ ਮਿਰਜ਼ਾ ਨਹੀਂ ਸੀ ਵੱਢਿਆ ਗਿਆ, ਮਿਰਜ਼ੇ ਦਾ ਜਿਸਮ ਵੱਢਿਆ ਗਿਆ ਸੀ, ਮਿਰਜ਼ੇ ਅੰਦਰਲਾ ਜੱਟ ਨਹੀਂ ਸੀ ਮਰਿਆ। ਹੰਕਾਰ, ਦਾਰੂ, ਦਬਕਾ, ਲਲਕਾਰਾਂ ਨਹੀਂ ਸੀ ਮਰਿਆ। ਲਲਕਾਰਾਂ ਕਹਿੰਦਾ ਜੰਡ ਥੱਲੇ ਮਿਰਜ਼ਾ ਨਹੀਂ ਸੀ ਵੱਢਿਆ ਗਿਆ। ਕਹਿੰਦਾ ਕਿਸੇ ਟਾਈਮ ਜਿਹੜਾ ਸਾਡਾ ਕਿੱਸਾ ਕਾਵ ਦੇ ਵਿੱਚ ਮਿਰਜ਼ੇ ਦਾ ਇੱਕ ਬਿੰਬ ਪੇਸ਼ ਕੀਤਾ ਗਿਆ ਕਿ ਜੰਡ ਦੇ ਥੱਲੇ ਉਹ ਮਾਰਿਆ ਗਿਆ ਸੀਗਾ। ਕਹਿੰਦਾ ਠੀਕ ਹੈ, ਇੱਕ ਬੰਦਾ ਮਰਿਆ ਸੀ ਉੱਥੇ, ਪਰ ਉੱਥੇ ਇੱਕ ਕੌਮ ਦੀ ਸੋਚ ਨਹੀਂ ਮਰੀ ਸੀਗੀ, ਕੌਮ ਦਾ ਜਿਹੜਾ ਵਿਸ਼ਵਾਸ ਹੈ ਉਹ ਨਹੀਂ ਮਰਿਆ ਸੀਗਾ, ਇੱਕ ਕੌਮ ਦੀ ਅਣਖ ਨਹੀਂ ਮਰੀ ਸੀ ਉਹ ਜੰਡ ਥੱਲੇ। ਉਸ ਜੰਡ ਦੇ ਥੱਲੇ ਸਥਿਤੀਆਂ ਨਾਲ ਸਿੱਧੇ ਮੱਥੇ ਟੱਕਰਨ ਵਾਲੀ ਕੌਮ ਦਾ ਘਾਣ ਨਹੀਂ ਹੋਇਆ ਸੀ। ਇਹ ਗੱਲਾਂ ਕਵੀ ਕਹਿ ਰਿਹਾ। ਇੱਕ ਬੰਦੇ ਦਾ ਜਿਸਮ ਵੱਢਿਆ ਗਿਆ ਸੀ, ਔਰ ਪਰ ਉਹਦਾ ਅੰਦਰਲਾ ਜਿਹੜਾ ਜੱਟ ਸੀਗਾ, ਉਹਦੀ ਅੰਦਰਲੀ ਜਿਹੜੀ ਅਣਖ ਸੀਗੀ, ਜਿਹੜੀ ਉਹ ਅੰਦਰਲੀ ਹਉਮੈ ਸੀਗੀ, ਉਹਦਾ ਜਿਹੜਾ ਅੰਦਰਲਾ ਸਥਿਤੀਆਂ ਨਾਲ ਟਕਰਾ ਜਾਣ ਦੀ ਜੇਰਾ ਸੀਗਾ, ਉਹ ਨਹੀਂ ਮਰਿਆ ਸੀ। ਜੰਡ ਥੱਲੇ ਮਿਰਜ਼ਾ ਨਹੀਂ ਸੀ ਵੱਢਿਆ ਗਿਆ, ਮਿਰਜ਼ੇ ਦਾ ਜਿਸਮ ਵੱਢਿਆ ਗਿਆ ਸੀ, ਮਿਰਜ਼ੇ ਅੰਦਰਲਾ ਜੱਟ ਨਹੀਂ ਸੀ ਮਰਿਆ। ਹੰਕਾਰ, ਦਾਰੂ, ਦਬਕਾ, ਲਲਕਾਰਾ ਨਹੀਂ ਸੀ ਮਰਿਆ ਲਲਕਾਰਾ, ਮਿਰਜ਼ੇ ਦੀ ਹੇਕ ਬਣਿਆ ਸੀ ਪੰਜਾਬ ਦਾ ਜੱਟ। ਕਹਿੰਦਾ ਜਿਹੜਾ ਪੰਜਾਬ ਦਾ ਜੱਟ ਸੀਗਾ, ਜ਼ਿਮੀਂਦਾਰ ਸੀਗਾ, ਉਹ ਕਦੇ ਵੀ ਆਪਣੀ ਹਉਮੈ ਨੂੰ, ਆਪਣੇ ਹੰਕਾਰ ਨੂੰ, ਆਪਣੇ ਆਪੇ ਨੂੰ ਨਹੀਂ ਮਰਨ ਦਿੰਦਾ ਸੀਗਾ। ਉਹ ਸਥਿਤੀਆਂ ਦੇ ਨਾਲ ਸਿੱਧਾ ਟੱਕਰਨ ਜਾਣਦਾ ਸੀਗਾ। ਜਿਹੜੇ ਵਿਦੇਸ਼ੀ ਜਰਵਾਣੇ ਸਾਡੇ ਇੱਥੇ ਪੰਜਾਬ ਦੇ ਵਿੱਚ ਆਏ ਸੀ, ਉਹਨਾਂ ਨੂੰ ਵੀ ਉਹਨੇ ਸਿੱਧੇ ਮੱਥੇ ਉਹਨਾਂ ਨਾਲ ਮੱਥਾ ਲਾਇਆ, ਲਲਕਰਾ ਮਾਰਿਆ, ਉਹਨਾਂ ਨੂੰ ਸਿੱਧੇ ਮੂੰਹ ਉਹਨਾਂ ਨਾਲ ਲੜਾਈ ਕੀਤੀ, ਉਹਨਾਂ ਨੂੰ ਹਰਾਇਆ ਲੜਾਈ ਦੇ ਮੈਦਾਨਾਂ ਦੇ ਵਿੱਚ। ਉਹ ਜੱਟ ਸਾਡਾ ਸਦੀਆਂ ਤੋਂ ਜਿਹੜਾ ਜਿਉਂਦਾ ਸੀ, ਉਹ ਮਿਰਜ਼ੇ ਦੇ ਮਰਨ ਦੇ ਨਾਲ ਨਹੀਂ ਮਰਿਆ ਸੀ। ਮਿਰਜ਼ਾ ਤਾਂ ਇੱਕ ਇਨਸਾਨ ਸੀ, ਇੱਕ ਬੰਦਾ ਸੀ, ਉਹ ਮਰ ਗਿਆ ਸੀ, ਪਰ ਕੌਮ ਦੀ ਅਣਖ ਉਸੇ ਤਰ੍ਹਾਂ ਨਾਲ ਹੀ ਹਾਜ਼ਰ ਸੀ, ਹਮੇਸ਼ਾ ਹੀ ਹਾਜ਼ਰ ਰਹੀ ਸੀ। ਕਹਿੰਦਾ ਇਹ ਮਿਰਜ਼ੇ ਅੰਦਰਲਾ ਜੱਟ ਨਹੀਂ ਸੀ ਮਰਿਆ, ਹੰਕਾਰ, ਦਾਰੂ, ਦਬਕਾ, ਲਲਕਾਰਾ ਨਹੀਂ ਸੀ ਮਰਿਆ। ਲਲਕਾਰਾ ਮਿਰਜ਼ੇ ਦੀ ਹੇਕ ਬਣਿਆ ਸੀ। ਜਿਹੜਾ ਲਲਕਾਰਾ ਉਹ ਸੰਘਰਸ਼ ਕਰਕੇ ਮਰਿਆ ਸੀ ਨਾ, ਉਹ ਲਲਕਾਰਾ ਅਸਲ ਦੇ ਮਿਰਜ਼ੇ ਦੀ ਹੇਕ ਬਣਿਆ ਸੀ। ਬਾਅਦ ਦੇ ਵਿੱਚ ਜਿਹੜੇ ਸਾਡੇ ਲੋਕ ਗਾਇਕ ਹੈਗੇ ਆ, ਉਹ ਮਿਰਜ਼ਾ ਜਦੋਂ ਗਾਉਂਦੇ ਆ ਤਾਂ ਲੰਬੀ ਹੇਕ ਲਾ ਕੇ ਮਿਰਜ਼ਾ ਗਾਉਂਦੇ ਆ, ਇੱਕ ਅਣਖ ਵਾਲੀ ਹੇਕ ਲਾ ਕੇ ਮਿਰਜ਼ਾ ਗਾਉਂਦੇ ਆ। ਇਹੀ ਅਸਲ ਦੇ ਪੰਜਾਬ ਦਾ ਆਪਾ ਸੀ, ਇਹੀ ਅਸਲ ਦੇ ਵਿੱਚ ਪੰਜਾਬ ਦੀ ਰੂਹ ਸੀ, ਇਹੋ ਹੀ ਸੀ ਜੋ ਸਾਡੇ ਪੰਜਾਬ ਦਾ ਜੱਟ ਜ਼ਿਮੀਂਦਾਰ ਲੈ ਕੇ ਤੁਰ ਰਿਹਾ ਸੀਗਾ। ਪਰ ਅੱਜ ਉਹ ਅਣਖ, ਅੱਜ ਉਹ ਹਉਮੈ, ਅੱਜ ਉਹ ਸਥਿਤੀਆਂ ਨਾਲ ਸਿੱਧੇ ਟੱਕਰ ਜਾਣ ਵਾਲੀ ਭਾਵਨਾ ਜੱਟ ਦੇ ਵਿੱਚੋਂ ਕਿਵੇਂ ਖਤਮ ਹੋ ਰਹੀ ਹੈ, ਇਹਦੇ ਬਾਰੇ ਵੀ ਲੇਖਕ ਕਵੀ ਗੱਲ ਕਰਦਾ ਹੈ। ਪੰਜਾਬ ਦਾ ਜੱਟ ਮਿਰਜ਼ਾ ਜੱਟ ਹੋ ਗਿਆ ਸੀ। ਅੱਸੂ ਮਹੀਨੇ ਪਹਿਰ ਦੇ ਤੜਕੇ ਤਾਏ ਦਾ ਮੁੰਡਾ ਸੀ ਤੂੰ ਹਲ ਜੋੜਦਾ, ਕੰਨ ਤੇ ਹੱਥ ਰੱਖ ਮਿਰਜ਼ੇ ਦੀ ਹੇਕ ਲਾਉਂਦਾ। ਕਹਿੰਦਾ ਜਦੋਂ ਮਿਰਜ਼ਾ ਮਰ ਗਿਆ ਸੀ ਨਾ, ਉਸ ਮਰਨ ਤੋਂ ਬਾਅਦ ਸਾਰੇ ਲੋਕਾਂ ਨੇ, ਜਿਹੜੇ ਜੱਟ ਜ਼ਿਮੀਂਦਾਰ ਸੀਗੇ, ਜਦੋਂ ਖੇਤਾਂ ਦੇ ਵਿੱਚ ਕੰਮ ਕਰਦੇ ਸੀ, ਤਾਂ ਉਹ ਕੰਮ ਕਰਦੇ ਹੋਏ ਮਿਰਜ਼ੇ ਦੀ ਅਣਖ ਨੂੰ ਯਾਦ ਰੱਖਦੇ ਸੀਗੇ। ਮਿਰਜ਼ੇ ਦੀ ਹੇਕ ਬਣਿਆ ਸੀ। ਤੇ ਜਿਹੜਾ ਪੰਜਾਬ ਦਾ ਜੱਟ ਜ਼ਿਮੀਂਦਾਰ ਹੈਗਾ, ਜਦੋਂ ਖੇਤਾਂ ਦੇ ਵਿੱਚ ਕੰਮ ਕਰਦਾ ਸੀਗਾ, ਉਹਨਾਂ ਦੇ ਵਿੱਚ ਮਿਰਜ਼ਾ ਜੱਟ ਦੀ ਰੂਹ ਹਮੇਸ਼ਾ ਹੀ ਕਾਇਮ ਰਹੀ ਸੀਗੀ। ਉਹ ਵਿਸ਼ਵਾਸ ਦੇ ਨਾਲ ਸਥਿਤੀਆਂ ਦਾ ਸਾਹਮਣਾ ਕਰ ਰਹੇ ਸੀਗੇ, ਉਹਨਾਂ ਸਥਿਤੀਆਂ ਦਾ ਸਾਹਮਣਾ ਕਰਦੇ ਹੋਏ ਸਥਿਤੀਆਂ ਨੂੰ ਹਰਾ ਰਹੇ ਸੀਗੇ। ਆਪਣੀ ਬਣਦੀ ਜਿੱਤ ਦਾ ਹਿੱਸਾ
ਵਾਪਸ ਲੈ ਰਹੇ ਸੀਗੇ। ਮਿਰਜ਼ਾ ਜੱਟ ਹੋ ਗਿਆ ਸੀ। ਅੱਸੂ ਮਹੀਨੇ ਪਹਿਰ ਦੇ ਤੜਕੇ ਤਾਏ ਦਾ ਮੁੰਡਾ ਸੀਤੂ ਹਲ ਜੋੜਦਾ, ਕੰਨ ਤੇ ਹੱਥ ਰੱਖ ਮਿਰਜ਼ੇ ਦੀ ਹੇਕ ਲਾਉਂਦਾ, ਹੇਕ ਸੋਣਾ। ਮਾਂ ਦੁੱਧ ਮਧਾਣੀ ਪਾਉਂਦੀ, ਪਿੰਡ ਦੀ ਸ਼ਾਮ ਦਾਰੂ ਪੀ ਮਿਰਜ਼ਾ ਹੋ ਜਾਂਦੀ। ਕਹਿੰਦਾ ਵੀ ਇੱਕ ਸਥਿਤੀ ਸੀਗੀ ਹਰੀ ਕ੍ਰਾਂਤੀ ਤੋਂ ਪਹਿਲਾਂ, ਤੇ ਮੈਂ ਕਹਿੰਦਾ ਉਹ ਦੇਖਿਆ ਹੋਇਆ ਮਾਹੌਲ। ਮੇਰੇ ਤਾਏ ਦਾ ਮੁੰਡਾ ਸੀਤੂ ਜਿਹੜਾ ਕਿ ਜੱਟ ਕੌਮ ਦੇ ਵਿਸ਼ਵਾਸ ਤੇ ਅਣਖ ਦੀ ਪ੍ਰਤੀਨਿਧਤਾ ਕਰਦਾ, ਉਸ ਤਰ੍ਹਾਂ ਦੇ ਲੋਕ ਸੁਬਾਹ ਸੰਧਿਆ ਅੱਸੂ ਮਹੀਨੇ ਦੇ ਵਿੱਚ ਪਹਿਰ ਦੇ ਤੜਕੇ ਉੱਠ ਕੇ ਬਲਦਾਂ ਦਾ ਹਲ, ਊਂਠਾਂ ਦਾ ਹਲ ਜੋੜਦੇ ਸੀ ਤੇ ਉਹ ਖੇਤਾਂ ਦੇ ਵਿੱਚ ਜਾ ਕੇ ਬੜੇ ਵਿਸ਼ਵਾਸ ਦੇ ਨਾਲ ਕੰਨ ਤੇ ਹੱਥ ਰੱਖ ਕੇ ਮਿਰਜ਼ੇ ਦੀ ਹੇਕ ਸ਼ੁਰੂ ਕਰ ਲੈਂਦੇ ਸੀ ਤੇ ਆਪਣਾ ਕੰਮ ਵੀ ਨਾਲ ਨਾਲ ਕਰੀ ਜਾਂਦੇ ਸੀ। ਇਹ ਹੇਕ ਅਸਲ ਦੇ ਵਿੱਚ ਉਹਨਾਂ ਦੇ ਵਿਸ਼ਵਾਸ ਦੀ ਹੇਕ ਸੀ। ਇਹ ਹੇਕ ਅਸਲ ਦੇ ਵਿੱਚ ਉਹਨਾਂ ਦੇ ਅਣਖ ਦੀ ਹੇਕ ਸੀ। ਇਹ ਅਸਲ ਦੇ ਵਿੱਚ ਉਸ ਸਥਿਤੀ ਦੇ ਨਾਲ ਸੰਘਰਸ਼ ਕਰਨ ਦਾ ਉਹਨਾਂ ਦਾ ਜਿਹੜਾ ਮਾਦਾ ਸੀ ਉਹਦੀ ਹੇਕ ਸੀ। ਪਰ ਉਹਨੂੰ ਸੁਣ ਕੇ, ਹੇਕ ਨੂੰ ਸੁਣ ਕੇ ਫਿਰ ਜਿਹੜੀਆਂ ਪਿੰਡਾਂ ਘਰਾਂ ਦੇ ਵਿੱਚ ਮਾਵਾਂ ਸੀਗੀਆਂ ਉਹ ਵੀ ਉੱਠ ਖੜਦੀਆਂ ਸੀਗੀਆਂ। ਉਹ ਉੱਠ ਕੇ ਦੁੱਧ ਦੇ ਵਿੱਚ ਮਧਾਣੀਆਂ ਪਾ ਲੈਂਦੀਆਂ ਸੀ ਤੇ ਜਿਹੜੀ ਪਿੰਡ ਦੀ ਸ਼ਾਮ ਹੁੰਦੀ ਸੀਗੀ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਉਹ ਥੱਕੇ ਹਾਰੇ ਲੋਕ ਘਰ ਦੇ ਵਿੱਚ ਆ ਕੇ ਸ਼ਰਾਬ ਪੀ ਕੇ ਉਸੇ ਤਰ੍ਹਾਂ ਦੇ ਨਾਲ ਮਿਰਜ਼ੇ ਵਾਲੀ ਹੇਕ ਨੂੰ ਫੇਰ ਦੁਹਰਾ ਦਿੰਦੇ ਸੀਗੇ। ਇਹ ਸਾਡੇ ਪਿੰਡਾਂ ਦਾ ਮਾਹੌਲ ਸੀ, ਇਹ ਸਾਡੇ ਪਿੰਡਾਂ ਦੀ ਅਣਖ ਸੀ, ਇਹ ਸਾਡੇ ਪਿੰਡਾਂ ਦੇ ਵਿੱਚ ਜਿਉਣ ਦਾ ਇੱਕ ਢੰਗ ਸੀ। ਹਰੀ ਕ੍ਰਾਂਤੀ ਤੋਂ ਪਹਿਲਾਂ ਜਦੋਂ ਸਾਡੇ ਪਿੰਡਾਂ ਦੇ ਵਿੱਚ ਲੋਕ ਕਰਜ਼ਾਈ ਨਹੀਂ ਸੀ, ਉਸ ਸਮੇਂ ਦੀ ਗੱਲ ਕਵੀ ਕਰ ਰਿਹਾ ਹੈ। ਹੁਣ ਦੂਜੇ ਪਾਸੇ ਕੀ ਹੈ, ਅੱਜ 7-8 ਦਿਨ ਹੋ ਗਏ ਹਨ, ਤਾਏ ਦਾ ਪੋਤਾ ਜੰਟੀ ਮੋਟਰ ਤੇ ਲੁਕਿਆ ਬੈਠਾ ਦਾਰੂ ਪੀ ਰਿਹਾ। ਦੇਖੋ ਵਿਦਿਆਰਥੀਓ, ਤਾਏ ਦਾ ਮੁੰਡਾ ਜਿਹੜਾ ਸੀਤੂ ਸੀਗਾ, ਉਹਦਾ ਅੱਗੇ ਜਿਹੜਾ ਮੁੰਡਾ ਹੈ ਤਾਏ ਦਾ ਪੋਤਾ ਜੰਟੀ, ਉਹ ਹੁਣ ਸਥਿਤੀਆਂ ਕਿਵੇਂ ਬਦਲ ਰਹੀਆਂ? ਸਥਿਤੀਆਂ ਬਦਲ ਇਹ ਰਹੀਆਂ ਕਿ ਸਹੀ ਢੰਗ ਦੇ ਨਾਲ ਕੰਮ ਸੈਟਲ ਨਹੀਂ ਹੋ ਰਹੇ ਸੀਗੇ। ਲਗਾਤਾਰ ਕਰਜ਼ੇ ਸਿਰ ਚੜ ਰਹੇ ਸੀਗੇ। ਜਿਹੜੇ ਕਰਜ਼ੇ ਚੜ ਰਹੇ ਸੀਗੇ, ਫਸਲਾਂ ਦਾ ਝਾੜ ਉਹਨਾਂ ਨਹੀਂ ਰਿਹਾ ਸੀਗਾ, ਫਸਲਾਂ ਨੂੰ ਕੀੜੇ ਖਾਂਦੇ ਆ ਜਾਂ ਕੁਛ ਏਦਾਂ ਦੀ ਸਮੱਸਿਆਵਾਂ ਆਉਂਦੀਆਂ, ਉਹਦਾ ਕਰਕੇ ਫਸਲਾਂ ਦਾ ਝਾੜ ਖਤਮ ਹੋ ਗਿਆ ਤੇ ਜਿਹੜੇ ਜੱਟ ਜ਼ਿਮੀਂਦਾਰ ਸੀਗੇ ਉਹ ਕਰਜ਼ੇ ਦੇ ਹੇਠ ਆ ਗਏ। ਤੇ ਜਿਹੜਾ ਸੀਤੂ ਸੀਗਾ, ਸੀਤੂ ਦਾ ਮੁੰਡਾ ਜੰਟੀ, ਸੀਤੂ ਬੜੇ ਵਿਸ਼ਵਾਸ ਨਾਲ ਜ਼ਿੰਦਗੀ ਜਿਉਂਦਾ ਸੀ, ਪਰ ਜੰਟੀ ਲੁਕ ਲੁਕ ਕੇ ਜ਼ਿੰਦਗੀ ਜਿਉਂ ਰਿਹਾ। ਅੱਜ ਦੇ ਜੱਟ ਦੀ ਗੱਲ ਕਰ ਰਿਹਾ। ਕਹਿੰਦਾ ਉਹ ਖੇਤ ਦੇ ਵਿੱਚ ਬੈਠਾ, ਮੋਟਰ ਦੇ ਕੋਠੇ ਦੇ ਵਿੱਚ ਲੁਕਿਆ ਬੈਠਾ ਹੈ ਤੇ ਦਾਰੂ ਪੀ ਰਿਹਾ। ਕਿਉਂ ਪੀ ਰਿਹਾ? ਕਿਉਂਕਿ ਕਰਜ਼ੇ ਵਾਲੀ ਜਿਹੜੀ ਸੁਸਾਇਟੀ ਵਾਲੇ ਲੋਕ ਹੈਗੇ ਆ ਉਹਨੂੰ ਫੜਨ ਦੇ ਲਈ ਆ ਰਹੇ ਆ, ਜਾਂ ਉਹਦੇ ਤੋਂ ਜੇ ਕਰਜ਼ਾ ਵਾਪਸ ਲੈਣ ਦੀ ਖਾਤਰ ਉਹਦੇ ਤੇ ਦਬਾਅ ਪਾਉਣ ਦੇ ਲਈ ਆ ਰਹੇ ਆ। ਉਹ ਇਸੇ ਗੱਲੋਂ ਇਸ ਡੋਲ ਰਹੇ ਵਿਸ਼ਵਾਸ ਨੂੰ ਕਾਇਮ ਰੱਖਣ ਦੀ ਖਾਤਰ ਲਗਾਤਾਰ ਸ਼ਰਾਬ ਪੀ ਰਿਹਾ, ਜਦ ਕਿ ਉਹਦੀ ਅਣਖ ਨਾਂ ਦੀ ਕੋਈ ਚੀਜ਼ ਨਹੀਂ ਰਹੇਗੀ। ਉਹ ਸਥਿਤੀਆਂ ਨਾਲ ਟਕਰਾਉਣਾ ਭੁੱਲ ਗਿਆ ਹੈ, ਉਹਦਾ ਸੋਚ ਮੜ ਰਹੀ ਹੈ, ਉਹਦਾ ਵਿਸ਼ਵਾਸ ਵੀ ਖਤਮ ਹੋ ਰਿਹਾ ਹੈ। ਫਿਰ ਕੀ ਹੋ ਰਿਹਾ ਅੱਗੇ? ਜੀਪ ਧੂੜ ਅੜਾਉਂਦੀ ਤਾਏ ਦੀ ਮੋਟਰ ਵੱਲ ਹੋ ਗਈ। ਕਹਿੰਦਾ ਜੀਪ ਜਦੋਂ ਘਰੋਂ ਪਤਾ ਲੱਗਿਆ ਕਿ ਜੰਟੀ ਤਾਂ ਖੇਤ ਬੈਠਾ ਹੈ ਤੇ ਉਹ ਧੂੜ ਅੜਾਉਂਦੀ ਹੋਈ ਖੇਤ ਵੱਲ ਨੂੰ, ਮੋਟਰ ਦੇ ਵੱਲ ਨੂੰ ਗਈ। ਜੰਟੀ ਬੋਤਲ ਬਦਲ ਲੈਂਦਾ ਹੈ। ਜਦੋਂ ਜੀਪ ਆਉਂਦੀ ਹੈ ਨਾ, ਫਿਰ ਜੰਟੀ ਕੀ ਕਰਦਾ ਹੈ, ਉਹਦਾ ਲਾਸਟ ਇੱਕ ਹੈਗਾ ਸਿਸਟਮ ਕਿ ਉਹ ਸ਼ਰਾਬ ਪੀਣੀ ਛੱਡ ਦਿੰਦਾ ਤੇ ਜਿਹੜੀ ਕੀੜੇ ਮਾਰ ਦਵਾਈ ਆ ਉਹਦੀ ਬੋਤਲ ਚੁੱਕ ਲੈਂਦਾ, ਕਿਸੇ ਹੋਰ ਦਾਰੂ ਦਾ ਗਲਾਸ ਭਰਦਾ। ਜੰਟੀ ਕਿੱਥੇ ਗਿਆ? ਮਿਰਜ਼ਾ ਅੱਜ ਮਰਿਆ ਹੈ। ਕਹਿੰਦਾ ਵੀ ਹੁਣ ਪਤਾ ਨਹੀਂ ਲੱਗਿਆ ਕਿ ਉਹ ਜੰਟੀ ਰੂਪੀ, ਜਿਹਦੇ ਇੱਕ ਮਿਰਜ਼ਾ ਪਹਿਲਾਂ ਮਰਿਆ ਸੀਗਾ, ਉਹ ਮਿਰਜ਼ਾ ਇੱਕ ਬੰਦਾ ਮਰਿਆ ਸੀ, ਔਰ ਉਹ ਬੰਦਾ ਦਾ ਜੱਟ ਦਾ ਵਿਸ਼ਵਾਸ ਨਹੀਂ ਮਰਿਆ ਸੀਗਾ, ਇੱਕ ਕੌਮ ਦਾ ਵਿਸ਼ਵਾਸ ਨਹੀਂ ਮਰਿਆ ਸੀਗਾ। ਇੱਕ ਕੌਮ ਅਣਖ ਨਾਲ ਜਿਉਣਾ ਨਹੀਂ ਭੁੱਲੀ ਸੀਗੀ, ਪਰ ਅੱਜ ਕਰਜ਼ੇ ਨੇ ਜੱਟ ਨੂੰ ਇੰਨਾ ਕੁ ਅਰਥਹੀਨ ਕਰ ਦਿੱਤਾ ਹੈ, ਕਰਜ਼ੇ ਨੇ ਇੰਨਾ ਕੁ ਪੀੜਤ ਕਰ ਦਿੱਤਾ ਹੈ ਕਿ ਜੱਟ ਦੀ ਜਿਹੜੀ ਅਣਖ ਹੈਗੀ ਉਹ ਸੁਸਾਇਟੀ ਵਾਲਿਆਂ ਅੱਗੇ, ਬੈਂਕਾਂ ਦੇ ਅੱਗੇ ਖਤਮ ਹੋ ਰਹੀ ਹੈ। ਤੇ ਜੱਟ ਜਾਂ ਤਾਂ ਰੱਸਾ ਗਲ ਦੇ ਵਿੱਚ ਪਾ ਰਿਹਾ ਹੈ, ਆਪਣੇ ਆਪ ਨੂੰ ਫਾਹਾ ਲਾ ਰਿਹਾ ਹੈ, ਜਾਂ ਕੀੜੇ ਮਾਰ ਦਵਾਈਆਂ ਪਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ। ਕਵੀ ਇੱਥੇ ਆ ਕੇ ਗੱਲ ਖਤਮ ਕਰਦਾ, ਕਹਿੰਦਾ ਕਿ ਅਸਲ ਦੇ ਵਿੱਚ ਜੱਟ ਉਦੋਂ ਨਹੀਂ ਮਰਿਆ ਸੀਗਾ, ਮਿਰਜ਼ਾ ਜਦੋਂ ਮਰਿਆ, ਜੱਟ ਤਾਂ ਅੱਜ ਮਰਿਆ ਜਦੋਂ ਕਹਿੰਦਾ ਕਿ ਤਾਏ ਦਾ ਪੋਤਾ ਜੰਟੀ ਵਰਗੇ ਲੋਕ ਸ਼ਰਾਬ ਦੀ ਬੋਤਲਾਂ ਪੀ ਜਾਂਦੇ ਬੈਠੇ, ਇੱਕ ਸਮੱਸਿਆ ਨੂੰ ਟਾਲਣ ਦੀ ਖਾਤਰ, ਇੱਕ ਸਮੱਸਿਆ ਨੂੰ ਭੁਲਾਉਣ ਦੀ ਖਾਤਰ, ਤੇ ਜਾਂ ਫਿਰ ਜਦੋਂ ਉਹਨਾਂ ਨੂੰ ਲੱਗਦਾ ਕਿ ਸਿਰੋਂ ਉੱਪਰੋਂ ਪਾਣੀ ਲੰਘ ਗਿਆ ਸਿਰ ਤੋਂ, ਤੇ ਉਹ ਦਾਰੂ ਦੀ ਬੋਤਲ ਦੀ ਥਾਂ ਦੇ ਉੱਪਰ ਕੀੜੇ ਮਾਰ ਦਵਾਈਆਂ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਹੈ, ਜਾਂ ਗਲਾਂ ਦੇ ਵਿੱਚ ਰੱਸੇ ਪਾ ਰਿਹਾ ਹੈ। ਇਸ ਤਰ੍ਹਾਂ ਦਾ ਜੱਟ ਦਾ ਮਰਨਾ ਬਹੁਤ ਖਤਰਨਾਕ ਹੈ। ਕਵੀ ਕਹਿੰਦਾ ਇਸ ਤਰ੍ਹਾਂ ਦੇ ਨਾਲ ਸਾਡਾ ਵਿਸ਼ਵਾਸ ਡੋਲਣਾ ਬਹੁਤ ਖਤਰਨਾਕ ਹੈ, ਕਿਉਂਕਿ ਸਾਡੀ ਕੌਮ ਤਾਂ ਹਮੇਸ਼ਾ ਹੀ ਅਣਖ ਵਾਲੀ ਜ਼ਿੰਦਗੀ ਜਿਉਂਦੀ ਸੀ, ਹਮੇਸ਼ਾ ਹੀ ਅਣਖ ਨੂੰ ਦੇ ਨਾਲ ਜਿਉਣਾ ਕਿਉਂ ਭੁੱਲ ਗਈ ਹੈ ਸਾਡੀ ਕੌਮ, ਇਸ ਦੇ ਬਾਰੇ ਕਵੀ ਗੱਲ ਕਰਦਾ ਹੈ। ਔਰ ਇਸ ਤੋਂ ਬਾਅਦ ਅਗਲਾ ਜਿਹੜੀ ਹੈਗੀ ਹੈ ਸਾਡੀ ਕਵਿਤਾ, ਉਹਦੀ ਗੱਲ ਕਰ ਰਹੇ ਹਾਂ ਆਪਾਂ।
ਵਿਦਿਆਰਥੀਓ, ਜਿਹੜਾ ਇਸ ਦੇ ਵਿੱਚ ਨਾ ਕਵੀ ਨੇ ਬੜੇ ਵਧੀਆ ਢੰਗ ਦੇ ਨਾਲ ਦੋ ਬੰਦਿਆਂ ਦਾ ਜ਼ਿਕਰ ਕੀਤਾ ਹੈਗਾ। ਥੋੜਾ ਜਿਹਾ ਧਿਆਨ ਨਾਲ ਸੁਣ ਲਿਓ। ਇੱਕ ਤਾਂ ਜਿਹੜਾ ਤਾਏ ਦਾ ਮੁੰਡਾ ਸੀਤੂ ਹੈ ਤੇ ਤਾਏ ਦਾ ਪੋਤਾ ਜੰਟੀ ਹੈ। ਇਹ ਦੋ ਬੰਦੇ ਨਹੀਂ ਹੈਗੇ, ਅਸਲ ਦੇ ਵਿੱਚ ਜੱਟ ਦੀਆਂ ਦੋ ਪੀੜ੍ਹੀਆਂ ਦਾ ਜ਼ਿਕਰ ਕੀਤਾ ਹੈ। ਜਿਹੜੀ ਸਾਡੀ ਹਰੀ ਕ੍ਰਾਂਤੀ ਸੀਗੀ, ਹਰੀ ਕ੍ਰਾਂਤੀ ਤੋਂ ਪਹਿਲਾਂ ਦਾ ਜਿਹੜਾ ਸਥਿਤੀ ਸੀਗੀ, ਉਦੋਂ ਜੱਟ ਦੀ ਜਿਹੜੀ ਅਣਖ ਵਾਲੀ ਜ਼ਿੰਦਗੀ ਹੈ ਉਹਦਾ ਜ਼ਿਕਰ ਕੀਤਾ ਹੈ। ਤੇ ਜਦੋਂ ਵਰਤਮਾਨ ਸਥਿਤੀਆਂ ਦੇ ਵਿੱਚ ਹਰੀ ਕ੍ਰਾਂਤੀ ਦਾ ਸਾਰਾ ਜਿਹੜਾ ਲਾਭ ਆ ਖਤਮ ਹੋ ਗਿਆ ਤੇ ਜੱਟ ਕਰਜ਼ੇ ਦੇ ਹੇਠ ਆ ਗਿਆ, ਉਹ ਸਥਿਤੀ ਦਾ ਜ਼ਿਕਰ ਕੀਤਾ ਕਵੀ ਨੇ। ਇਹਨਾਂ ਦੋਨਾਂ ਸਥਿਤੀਆਂ ਨੂੰ ਤੁਸੀਂ ਧਿਆਨ ਨਾਲ ਦੇਖ ਲਿਓ ਤੇ ਇਹਦੇ ਵਿੱਚ ਜਿਹੜੇ ਛੋਟੇ ਕੁਐਸਚਨ ਪੈਦਾ ਹੋਣਗੇ ਉਹਨਾਂ ਦੀ ਗੱਲ ਵੀ ਤੁਸੀਂ ਕਰ ਲਿਓ ਕਿ ਵੀ ਜਿਹੜੇ ਤਾਏ ਦਾ ਮੁੰਡਾ ਹੈਗਾ ਸੀਤੂ ਜਾਂ ਤਾਏ ਦਾ ਪੋਤਾ ਜੰਟੀ ਆ, ਉਹਨਾਂ ਦੇ ਹਾਲਾਤਾਂ ਦੇ ਵਿੱਚ ਕੀ ਅੰਤਰ ਹੈਗਾ। ਜਿਹੜਾ ਤਾਏ ਦਾ ਮੁੰਡਾ ਹੈਗਾ ਉਹ ਬੜੇ ਵਿਸ਼ਵਾਸ ਨਾਲ ਜਿਉਣ ਵਾਲਾ ਹੈ, ਜੱਟ ਦੀ ਜਿਹੜੀ ਅਣਖ ਹੈਗੀ ਉਹਦੇ ਨਾਲ ਜਿਉਣ ਵਾਲਾ ਹੈ, ਤੇ ਤਾਏ ਦਾ ਪੋਤਾ ਜਿਹੜਾ ਜੰਟੀ ਆ ਉਦੋਂ ਉਸ ਸਮੇਂ ਜੱਟ ਦਾ ਇੱਕ ਵਿਸ਼ਵਾਸ ਡੋਲ ਗਿਆ, ਜੱਟ ਦਾ ਵਿਸ਼ਵਾਸ ਖਤਮ ਹੋ ਰਿਹਾ ਹੈ। ਇਸ ਉਹਦੀ ਜਿਹੜੀ ਸੋਚ ਤੇ ਅਣਖ ਉਹਦਾ ਮਰ ਰਹੀ ਹੈ, ਇਹਦੇ ਬਾਰੇ ਗੱਲ ਕੀਤੀ ਹੈ। ਅਸਲ ਦੇ ਵਿੱਚ ਇਸ ਕਵਿਤਾ ਦਾ ਜੇਕਰ ਆਪਾਂ ਕੇਂਦਰੀ ਭਾਵ ਦੀ ਗੱਲ ਕਰਾਂਗੇ ਤਾਂ ਕਵੀ ਇਹ ਕਹਿੰਦਾ ਕਿ ਵੀ ਮਿਰਜ਼ੇ ਦਾ ਜਿਹੜਾ ਜੰਡ ਹੇਠ ਮਾਰਿਆ ਜਾਣਾ ਉਹ ਕੇਵਲ ਸਰੀਰ ਦਾ ਵੱਢਿਆ ਜਾਣਾ ਹੀ ਸੀਗਾ। ਉਸ ਦੀ ਜਿਹੜੀ ਹਉਮੈ ਸੀ, ਹੰਕਾਰ ਸੀ, ਉਹਦੀ ਅਣਖ ਸੀਗੀ ਜਾਂ ਉਹਦੀ ਜਿਹੜੀ ਸੋਚ ਸੀਗੀ ਉਹ ਨਹੀਂ ਮਰੀ ਸੀਗੀ। ਪਰੰਤੂ ਅੱਜ ਦਾ ਕਰਜ਼ੇ ਦਾ ਮਾਰਿਆ ਹੋਇਆ ਜੱਟ ਆਪਣੀ ਹਉਮੈ ਨੂੰ, ਆਪਣੇ ਹੰਕਾਰ ਨੂੰ, ਆਪਣੀ ਸੋਚ ਨੂੰ, ਆਪਣੀ ਅਣਖ ਨੂੰ, ਆਪਣੀਆਂ ਸਥਿਤੀਆਂ ਨਾਲ ਮੱਥਾ ਲਾਉਣ ਦੀ ਜਿਹੜੀ ਉਹਦੀ ਇੱਕ ਮਾਦਾ ਸੀਗਾ, ਸੰਘਰਸ਼ ਕਰਨ ਦਾ ਇੱਕ ਜਿਹੜਾ ਮਾਦਾ ਸੀਗਾ, ਉਹਨੂੰ ਭੁੱਲ ਜਾਣਾ, ਇਹ ਅਸਲ ਦੇ ਵਿੱਚ ਅਸਲੀ ਜੱਟ ਦੇ ਮਰ ਜਾਣ ਦਾ ਨਾਂ ਹੈਗਾ। ਇਹ ਉਹਦੀ ਖੁਦਕਸ਼ੀ ਕਰਨਾ, ਦਵਾਈਆਂ ਪੀ ਜਾਣੀਆਂ ਜਾਂ ਸਥਿਤੀਆਂ ਤੋਂ ਭੱਜ ਜਾਣਾ, ਇਹ ਅਸਲ ਦੇ ਵਿੱਚ ਜੱਟ ਦੀ ਮੌਤ ਦਾ ਅਸਲੀ ਉਹ ਹੈਗਾ ਅਰਥ ਕਹਿ ਸਕਦੇ ਹਾਂ ਆਪਾਂ ਕਿ ਅਸਲੀ ਜੱਟ ਉਸ ਸਮੇਂ ਮਰ ਰਿਹਾ ਜਦੋਂ ਸਥਿਤੀਆਂ ਤੋਂ ਭੱਜ ਰਿਹਾ ਔਰ ਲੜਾਈ ਲੜਨੀ ਉਹ ਭੁੱਲ ਰਿਹਾ। ਦੂਸਰੀ ਜਿਹੜੀ ਕਵਿਤਾ ਹੈਗੀ ਹੈ ਖੈਰਦੀਨ, ਇਹਦੇ ਬਾਰੇ ਗੱਲ ਕਰਦੇ ਹਾਂ। ਖੈਰਦੀਨ ਕਵਿਤਾ ਦੇ ਵਿੱਚ ਵਿਦਿਆਰਥੀਓ ਕਵੀ ਨੇ ਬੜੇ ਹੀ ਵਧੀਆ ਢੰਗ ਦੇ ਨਾਲ ਇੱਕ ਵਿਸ਼ੇ ਨੂੰ ਪੇਸ਼ ਕੀਤਾ ਹੈਗਾ। ਵਿਸ਼ਾ ਕੀ ਹੈ ਕਿ ਫਿਰਕੂ ਹਿੰਸਾ ਦਾ ਡਰਾਇਆ ਹੋਇਆ ਕਿ ਇਨਸਾਨ ਉਸ ਸਮੇਂ ਆਪਣੇ ਧਰਮ ਨੂੰ ਬਦਲ ਲੈਂਦਾ। ਉਹਦੇ ਮਨ ਦੇ ਵਿੱਚ ਇੱਕ ਡਰ ਹੁੰਦਾ, ਇੱਕ ਖੌਫ ਹੁੰਦਾ, ਖੌਫ ਕਰਕੇ ਉਹ ਆਪਣੇ ਧਰਮ ਨੂੰ ਬਦਲਦਾ। ਪਰ ਜਦੋਂ ਸਥਿਤੀਆਂ ਬਦਲ ਜਾਂਦੀਆਂ ਉਸ ਸਮੇਂ ਬੇਸ਼ੱਕ ਉਹਨੂੰ ਲੋਕ ਖੈਰਦੀਨ ਫੇਰ ਕਹਿਣ ਲੱਗ ਜਾਂਦੇ ਆ, ਫਿਰ ਉਹੀ ਨਾਂ ਲੈਂਦੇ ਆ, ਪਰ ਉਹ ਆਪਣੀ ਦਾੜੀ ਰੱਖਦਾ ਹੈ, ਆਪਣੇ ਕੇਸ ਵੀ ਰੱਖਦਾ ਹੈ, ਡਰ ਡਰ ਕੇ ਉਹ ਜ਼ਿੰਦਗੀ ਜਿਉਂਦਾ ਹੈ। ਬਾਅਦ ਦੇ ਵਿੱਚ ਕੀ ਹੈ ਕਿ ਉਹਦਾ ਅੰਦਰਲਾ ਮੁਸਲਮਾਨ ਨਹੀਂ ਮਰਦਾ, ਉਹ ਚੋਰੀ ਚੋਰੀ ਲੋਕਾਂ ਦੇ ਉੱਪਰੋਂ ਉਸੇ ਤਰ੍ਹਾਂ ਦੇ ਨਾਲ ਨਮਾਜ਼ ਵੀ ਪੜ੍ਹਦਾ ਹੈ, ਆਪਣੇ ਰਿਸ਼ਤੇਦਾਰਾਂ ਨੂੰ ਵੀ ਮਿਲਦਾ ਹੈ ਔਰ ਉਸੇ ਤਰ੍ਹਾਂ ਦੇ ਨਾਲ ਰਿਲੇਸ਼ਨ ਬਣਾਈ ਰੱਖਦਾ ਹੈ। ਇਹ ਇੱਕ ਕਵੀ ਦੀ ਸੋਚ ਹੈਗੀ ਹੈ। ਕਵੀ ਇੱਕ ਦੱਸਦਾ ਹੈ ਕਿ ਕਿਸ ਤਰ੍ਹਾਂ ਇਨਸਾਨ ਇਹਨਾਂ ਦੰਗਿਆਂ ਦੇ ਵਿੱਚ ਆਪਣੇ ਆਪ ਨੂੰ ਮਾਰ ਲੈਂਦਾ ਹੈ, ਆਪਣੇ ਆਪ ਨੂੰ ਇੱਕ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਲੈ ਜਾਂਦਾ ਜਿੱਥੇ ਉਹ ਸਥਿਤੀਆਂ ਦਾ ਸਾਹਮਣਾ ਨਾ ਕਰਦਾ ਹੋਇਆ ਆਪਣੇ ਅੰਦਰਲੇ ਆਪੇ ਨੂੰ ਮਾਰਦਾ। ਪਰ ਜਦੋਂ ਸਥਿਤੀਆਂ ਬਦਲਦੀਆਂ ਤਾਂ ਉਹ ਆਪਣੇ ਅੰਦਰਲਾ ਜਿਹੜਾ ਅਸਲੀ ਇਨਸਾਨ ਹੈਗਾ ਉਹਨੂੰ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ। ਖੈਰਦੀਨ ਸਾਡੇ ਘਰ ਮਸ਼ੀਨ ਧਰੀ ਬੈਠਾ ਹੈ, ਹਰ ਵਿਆਹ ਤੋਂ ਮਹੀਨਾ ਪਹਿਲਾਂ ਹਰ ਵਾਰ ਵਾਂਗ ਮੈਂ ਕਾਤਰਾਂ ਨਾਲ ਖੇਡਦਾ ਹਾਂ। ਕਹਿੰਦਾ ਕਿ ਮੈਂ ਬਚਪਨ ਦੇ ਵਿੱਚ ਸੀਗਾ, ਮੈਂ ਦੇਖਦਾ ਕਿ ਸਾਡੇ ਘਰੇ ਇੱਕ ਖੈਰਦੀਨ ਨਾਂ ਦਾ ਬੰਦਾ ਮਸ਼ੀਨ ਧਰ ਕੇ ਬੈਠ ਗਿਆ ਵਿਆਹ ਤੋਂ ਪਹਿਲਾਂ। ਵਿਦਿਆਰਥੀਓ ਕੀ ਹੁੰਦਾ, ਜਦੋਂ ਵਿਆਹ ਹੁੰਦਾ ਸੀ ਨਾ ਤੇ ਲੋਕ ਦਰਜੀ ਨੂੰ ਘਰੇ ਮੰਗਾ ਲੈਂਦੇ ਸੀ ਪਿੰਡਾਂ ਦੇ ਵਿੱਚ, ਸ਼ਹਿਰ ਦੇ ਵਿੱਚ। ਉਹ ਘਰੇ ਆ ਕੇ ਸਾਰੇ ਪਰਿਵਾਰ ਦੇ ਕੱਪੜੇ ਮੇਚੇ ਲੈ ਲੈ ਕੇ ਤੁਰੰਤ ਬਣਾਈ ਜਾਂਦਾ ਹੁੰਦਾ ਸੀਗਾ ਔਰ ਉਸ ਤੋਂ ਬਾਅਦ ਕੀ ਹੈਗਾ ਕਿ ਸਾਰਾ ਉਹਦਾ ਇਕੱਠਾ ਹਿਸਾਬ ਕਿਤਾਬ ਕਰ ਦਿੱਤਾ ਜਾਂਦਾ ਸੀ। ਕਹਿੰਦਾ ਵੀ ਇਸੇ ਤਰ੍ਹਾਂ ਨਾਲ ਸਾਡੇ ਪਰਿਵਾਰ ਦੇ ਵਿੱਚ ਜਦੋਂ ਕੋਈ ਵਿਆਹ ਹੁੰਦਾ ਤਾਂ ਖੈਰਦੀਨ ਨੂੰ ਪੱਕੇ ਤੌਰ ਤੇ ਬੁਲਾਇਆ ਜਾਂਦਾ। ਤੇ ਅੱਜ ਕਹਿੰਦਾ ਫਿਰ ਇੱਕ ਕੋਈ ਵਿਆਹ ਸੀਗਾ ਤੇ ਉਹਦੇ ਵਿੱਚ ਕਹਿੰਦਾ ਖੈਰਦੀਨ ਸਾਡੇ ਘਰ ਦੇ ਵਿੱਚ ਮਸ਼ੀਨ ਰੱਖ ਕੇ ਕੱਪੜੇ ਬਣਾ ਰਿਹਾ ਸੀਗਾ ਤੇ ਮੈਂ ਬਚਪਨ ਦੇ ਵਿੱਚ ਬੱਚਾ ਸੀ। ਕਹਿੰਦਾ ਕਿ ਮੈਂ ਵੀ ਜਿਹੜੀਆਂ ਉਹ ਕਾਤਰਾਂ ਕੱਟ ਕੱਟ ਕੇ ਪਾਸੇ ਰੱਖਦਾ ਸੀਗਾ, ਉਹ ਕਾਤਰਾਂ ਦੇ ਨਾਲ ਮੈਂ ਖੇਡ ਰਿਹਾ ਸੀਗਾ। ਮੇਰਾ ਝੱਗਾ ਉਸਨੇ ਤਰਸਾ ਕੇ ਬਣਾਉਣਾ ਹੈ। ਕਹਿੰਦਾ ਮੈਨੂੰ ਪਤਾ ਹੈ ਕਿ ਮੈਂ ਬੱਚਾ ਹੈਗਾ, ਮੇਰੇ ਨਾਲ ਤਰਸਾ ਕੇ ਉਹ ਝੱਗਾ ਕੋਈ ਨਹੀਂ ਤੇਰਾ ਬਣਾਉਂਗਾ, ਤੇਰਾ ਮੈਂ ਨਹੀਂ ਬਣਾਉਂਗਾ, ਏਦਾਂ ਕਰ ਕਰਕੇ ਕਹਿੰਦਾ ਮੈਨੂੰ ਟਾਲ ਰਿਹਾ ਸੀਗਾ। ਮੈਂ ਬੱਚਾ ਸੀ, ਬਚਪਨੇ ਦੇ ਵਿੱਚ ਤਰਸ ਕੇ ਮੈਨੂੰ ਉਹ ਚੀਜ਼ ਮਿਲਦੀ ਸੀ। ਕਹਿੰਦਾ ਪਿੰਡ ਚੋਂ ਮੱਘਰ ਬਾਹਰਲਾ ਆਉਂਦਾ ਹੈ। ਕਹਿੰਦਾ ਮੱਘਰ ਨਾਂ ਦਾ ਇੱਕ ਬੰਦਾ ਪਿੰਡ ਦੇ ਵਿੱਚ ਆਉਂਦਾ ਹੈ। ਉਹ ਆ ਕੇ ਉਹਨੂੰ ਕਹਿੰਦਾ ਸੁਣਾ ਸੱਜਣ ਸਿਆ ਕੀ ਹਾਲ ਹੈ। ਖੈਰਦੀਨ ਦਾ ਅਸਲੀ ਨਾਂ ਖੈਰਦੀਨ ਸੀਗਾ, ਪਰ ਦੰਗਿਆਂ ਤੋਂ ਬਾਅਦ ਜਦੋਂ ਸਿੱਖ ਬਣ ਜਾਂਦਾ ਉਹਦਾ ਨਾਂ ਸੱਜਣ ਸਿੰਘ ਉਹ ਰੱਖ ਲੈਂਦਾ ਹੈ। ਮੈਂ ਹੈਰਾਨ ਇਹ ਖੈਰਦੀਨ ਹੈ ਕਿ ਸੱਜਣ ਸਿੰਘ। ਕਹਿੰਦਾ ਮੈਨੂੰ ਬਚਪਨ ਸੀਗਾ, ਮੈਨੂੰ ਬੜਾ ਹੈਰਾਨਗੀ ਹੁੰਦੀ ਹੈ ਕਿ ਵੀ ਇਹਦਾ ਅਸਲੀ ਨਾਂ ਕੀ ਹੈ, ਸੱਜਣ ਸਿੰਘ ਹੈ ਕਿ ਖੈਰਦੀਨ ਹੈ। ਮਾਂ ਫਿਰ ਕਹਿੰਦਾ ਮੈਨੂੰ ਦੱਸਦੀ ਹੁੰਦੀ ਸੀਗੀ। ਬੱਚੇ ਨਾ ਜਦੋਂ ਬਚਪਨ ਦੇ ਵਿੱਚ ਫਿਰ ਹਰ ਇੱਕ ਗੱਲ ਦੀ ਸਮੱਸਿਆ ਦਾ ਹੱਲ ਆਪਣੀ ਮਾਂ ਤੋਂ ਲੱਭਦੇ ਆ। ਹੱਲੇ ਗੁੱਲੇ ਨੇ ਖੈਰਦੀਨ ਨੂੰ ਸੱਜਣ ਸਿੰਘ ਕਰਾ ਦਿੱਤਾ ਸੀ। ਕਹਿੰਦਾ ਜਦੋਂ ਹੱਲਾ ਗੁੱਲਾ ਹੋਇਆ ਸੀ ਨਾ, ਜਦੋਂ ਇੱਕ ਲੜਾਈ ਹੋਈ ਸੀਗੀ 1947 ਦੀ, ਦੰਗੇ ਹੋਏ ਸੀਗੇ, ਦੇਸ਼ ਦੀ ਆਜ਼ਾਦੀ ਦਾ ਪੰਜਾਬੀ ਨੂੰ ਮੁੱਲ ਤਾਰਨਾ ਪਿਆ ਸੀਗਾ,
उस समय की होया सी कि खैरदीन नूं सज्जन सिंह करा दिता सीगा उस हल्ले गुल्ले ने। खैरदीन ने पिंड दे विच रहण दे लई लोकां अगे बेनती कीती ते लोकां ने उहनूं गुरुद्वारा साहिब लिजा के अमृत छका दिता सी। दाड़ी केस वाला सरदार सज्जन सिंह बन गया सी। खैरदीन गुरुद्वारे गया, मुड़दा हो गया सज्जन सिंह। कहंदा एक बारी गुरुद्वारे गया, गुरुद्वारे जाण तो बाद जदों वापस आया तां ओह सज्जन सिंह सीगा। हुण हल्ला गुल्ला मर गया। ਉਹ ਜਿਹੜੇ ਇੱਕ ਦੰਗੇ ਸੀਗੇ, ਉਹ ਇਹ ਵਿਸ਼ਵਾਸ ਦਾ ਜਿਹੜਾ ਮਾਹੌਲ ਸੀਗਾ, ਉਹ ਜਿਹੜਾ ਫਿਰਕੂ ਮਾਹੌਲ ਸੀਗਾ, ਉਹ ਇੱਕ ਦਿਨ ਖਤਮ ਹੋ ਗਿਆ। ਖਤਮ ਹੋਣ ਤੋਂ ਬਾਅਦ ਕੀ ਹੋਇਆ, ਸੱਜਣ ਸਿੰਘ ਫਿਰ ਮੁੜ ਖੈਰਦੀਨ ਹੋ ਗਿਆ। ਲੋਕ ਉਹਦਾ ਫਿਰ ਖੈਰੂ ਜਾਂ ਖੈਰਦੀਨ ਕਹਿਣ ਲੱਗ ਪਏ ਸੀਗੇ, ਕਿਉਂਕਿ ਇੱਕ ਮਾਹੌਲ ਸੀਗਾ, ਮਾਹੌਲ ਪਾਸੇ ਚਲਿਆ ਗਿਆ ਤੇ ਉਹ ਅਸਲੀ ਖੈਰਦੀਨ ਫਿਰ ਸਾਹਮਣੇ ਆ ਗਿਆ। ਕੇਸ ਦਾੜੀ ਵਾਲਾ ਖੈਰਦੀਨ ਲਲਾਰੀ ਪੰਜੇ ਨਵਾਜ਼ਾਂ ਪੜ੍ਹਦਾ ਹੈ, ਚੋਰੀ ਚੋਰੀ ਰਿਸ਼ਤੇਦਾਰਾਂ ਨੂੰ ਮਿਲਦਾ, ਤਾਰਾਂ ਟੱਪਦਾ। ਕਹਿੰਦਾ ਪਾਕਿਸਤਾਨ ਦੇ ਵਿੱਚ ਜਿਹੜੇ ਆਪਣੇ ਰਿਸ਼ਤੇਦਾਰ ਆ ਉਹਨਾਂ ਨੂੰ ਵੀ ਚੋਰੀ ਚੋਰੀ ਮਿਲਿਆ ਆਉਂਦਾ ਹੈ ਤੇ ਚੋਰੀਆਂ ਨਵਾਜ਼ਾਂ ਵੀ ਪੜ੍ਹਦਾ ਹੈ। ਉਸ ਦੀਆਂ ਚੋਰੀ ਪੜ੍ਹੀਆਂ ਨਵਾਜ਼ਾਂ ਨੂੰ ਪੂਰਾ ਪਿੰਡ ਸਤਿਕਾਰਦਾ। ਕਹਿੰਦਾ ਹੁਣ ਮਾਹੌਲ ਬਦਲ ਗਿਆ। ਉਹ ਬੇਸ਼ੱਕ ਨਵਾਜ਼ਾਂ ਚੋਰੀ ਪੜ੍ਹਦਾ, ਪਰ ਸਾਰੇ ਪਿੰਡ ਵਾਲਿਆਂ ਨੂੰ ਪਤਾ ਇਹ ਚੀਜ਼ ਦਾ। ਉਹ ਸਾਰੇ ਲੋਕ ਉਹਦੀ ਇੱਜ਼ਤ ਕਰਦੇ ਆ, ਕਿਉਂਕਿ ਉਹਨੂੰ ਪੰਜਾਬੀਆਂ ਦੇ ਵਿੱਚ ਇੱਕ ਚੀਜ਼ ਹੈਗੀ ਹੈ ਕਿ ਠੀਕ ਹੈ ਫਿਰਕੂ ਮਾਹੌਲ ਨੇ ਇਹਨਾਂ ਦਾ ਉਹ ਕੀਤਾ ਸੀਗਾ, ਮਾਹੌਲ ਨੂੰ ਗੰਦਾ ਕਰ ਦਿੱਤਾ ਸੀਗਾ, ਮਾਹੌਲ ਨੂੰ ਅਪਵਿੱਤਰ ਕਰ ਦਿੱਤਾ ਸੀ ਵਿਦਿਆਰਥੀਓ। ਪਰ ਪੰਜਾਬੀ ਇੰਨੇ ਕੁ ਰਹਿਮਦਿਲ ਹੈਗੇ ਹੈ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ। ਉਸ ਤੋਂ ਬਾਅਦ ਉਹਦੀਆਂ ਜਿਹੜੀਆਂ ਚੋਰੀਆਂ ਪੜੀਆਂ ਹੋਈਆਂ ਨਵਾਜ਼ਾਂ ਸੀ, ਉਦੋਂ ਵੀ ਸਤਿਕਾਰ ਦੇ ਨਾਲ ਦੇਖਣ ਲੱਗੇ ਪਿੰਡ ਦੇ ਲੋਕ। ਪੂਰਾ ਪਿੰਡ ਸਤਿਕਾਰਦਾ ਹੈ, ਖੈਰਦੀਨ ਨਵਾਜ਼ਾਂ ਪੜ੍ਹਦਾ ਹੈ, ਕਿਸੇ ਤੋਂ ਡਰਦਾ ਹੈ, ਹੱਲਾ ਗੁੱਲਾ ਅਜੇ ਵੀ ਕਿਤੇ ਜਿਉਂਦਾ ਹੈ। ਕਹਿੰਦਾ ਕਿ ਕਿਸ ਤੋਂ ਡਰਦਾ ਹੈ, ਹੱਲਾ ਗੁੱਲਾ ਅਜੇ ਵੀ ਜਿੰਦਾ ਹੈ ਕਿਤੇ ਨਾ ਕਿਤੇ, ਤੇ ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਉਹ ਡਰ ਅਜੇ ਵੀ ਪਿਆ। ਸੋ ਵਿਦਿਆਰਥੀਓ, ਇਸ ਕਵਿਤਾ ਦੇ ਵਿੱਚ ਫਿਰਕੂ ਦੰਗਿਆਂ ਦੌਰਾਨ ਮਾਨਵਤਾ ਦੇ ਹੋਏ ਘਾਣ ਦੀ ਗੱਲ ਕਵੀ ਨੇ ਖੈਰਦੀਨ ਦੇ ਰਾਹੀਂ ਕੀਤੀ ਹੈ। ਇਹਦੇ ਚ 2-3 ਕੁਐਸਚਨ ਆਉਂਦੇ ਆ ਵੀ ਖੈਰਦੀਨ ਸੱਜਣ ਸਿੰਘ ਕਿਵੇਂ ਬਣਿਆ, ਖੈਰਦੀਨ ਕਿਹੋ ਜਿਹਾ ਸਿੱਖ ਸੀ, ਇਹਦੇ ਬਾਰੇ ਖੈਰਦੀਨ ਦੇ ਅੰਦਰਲੇ ਡਰ ਕਿਹੜਾ ਸੀਗਾ। ਖੈਰਦੀਨ ਦੇ ਅੰਦਰ ਨਾ ਇੱਕ ਡਰ ਜਿਹੜਾ ਜਿਉਂਦਾ ਰਿਹਾ ਹਮੇਸ਼ਾ, ਉਹ ਸੀਗਾ ਫਿਰਕੂ ਹੱਲੇ ਗੁੱਲੇ ਦਾ ਡਰ। ਉਹ ਬੜੇ ਮਾੜੇ ਦਿਨ ਸੀ ਵਿਦਿਆਰਥੀ ਜਿਹੜੇ ਉਹਨੇ ਦੇਖੇ ਸੀਗੇ। ਸਾਰੇ ਲੋਕ ਜਿਹੜੇ ਉਸ ਸਮੇਂ ਦੇ ਅੱਜ ਵੀ ਸਾਡੇ ਪਿੰਡਾਂ ਜਿਉਂਦੇ ਆ, ਉਹ ਦੱਸਦੇ ਆ ਕਿ ਬੜਾ ਖੌਫਨਾਕ ਮੰਜ਼ਰ ਸੀਗਾ ਉਹ, ਬੜਾ ਖੌਫਨਾਕ ਘਟਨਾ ਸੀਗੀ, ਬੜੀ ਡਰ ਵਾਲੀ ਘਟਨਾ ਸੀਗੀ। ਫਿਰਕੂ ਹਿੰਸਾ ਦਾ ਡਰ ਜੇਕਰ ਇੱਕ ਵਾਰੀ ਮਨ ਵਿੱਚ ਬੈਠ ਜਾਵੇ ਨਾ, ਤਾਂ ਉਹ ਫਿਰ ਪੂਰੀ ਤਰ੍ਹਾਂ ਕਦੇ ਵੀ ਮਨ ਦੇ ਵਿੱਚੋਂ ਨਹੀਂ ਨਿਕਲਦਾ। ਇਹ ਕਵਿਤਾ ਦਾ ਕੇਂਦਰੀ ਥੀਮ ਹੈ ਇਹ। ਜੇ ਇੱਕ ਵਾਰੀ ਤੁਸੀਂ ਕਿਸੇ ਫਿਰਕੂ ਦੰਗੇ ਦਾ ਸਾਹਮਣਾ ਕਰਦੇ ਹੋ ਤੇ ਸਾਰੀ ਉਮਰ ਉਸ ਫਿਰਕੂ ਦੰਗੇ ਦਾ ਤੁਹਾਡੇ ਮਨ ਦੇ ਉੱਪਰ ਇੱਕ ਗਹਿਰਾ ਪ੍ਰਭਾਵ ਟਿਕਿਆ ਜਾਂਦਾ, ਉੱਕਰ ਜਾਂਦਾ ਹੈ। ਤੇ ਖੈਰਦੀਨ ਦੇ ਮਨ ਦੇ ਉੱਪਰ ਵੀ ਇਸ ਤਰ੍ਹਾਂ ਦਾ ਪ੍ਰਭਾਵ ਹਮੇਸ਼ਾ ਹੀ ਦੇਖਣ ਨੂੰ ਮਿਲਿਆ। ਖੈਰਦੀਨ ਸੱਜਣ ਸਿੰਘ ਕਿਵੇਂ ਬਣਿਆ ਸੀਗਾ ਕਿ ਅਸਲ ਦੇ ਵਿੱਚ ਜਿਹੜਾ ਉਹਨੇ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਸਿੱਖ ਧਰਮ ਅਪਣਾ ਲਿਆ ਸੀਗਾ। ਸਿੱਖ ਗੁਰਦੁਆਰਾ ਸਾਹਿਬ ਦੇ ਵਿੱਚ ਚਲਿਆ ਗਿਆ ਸੀ, ਉੱਥੇ ਜਾ ਕੇ ਉਹਨੇ ਅੰਮ੍ਰਿਤ ਛਕ ਲਿਆ ਤੇ ਉਹ ਸਿੱਖ ਬਣ ਗਿਆ ਸੀ। ਉਹਦਾ ਨਾਂ ਭਾਈ ਜੀ ਨੇ ਸੱਜਣ ਸਿੰਘ ਰੱਖ ਦਿੱਤਾ ਸੀਗਾ। ਉਹਨੇ ਦਾੜੀ ਕੇਸ ਵੀ ਰੱਖ ਲਏ ਸੀਗੇ। ਖੈਰਦੀਨ ਆਪਣੇ ਆਪ ਨੂੰ ਸਿੱਖ ਕਿਹੋ ਜਿਹਾ ਸੀਗਾ ਵਿਦਿਆਰਥੀਓ ਕਿ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਨਾ ਉਹਨੇ ਸਿੱਖ ਧਰਮ ਨੂੰ ਧਾਰਨ ਕੀਤਾ ਸੀ। ਉਹਦਾ ਅੰਦਰੋਂ ਉਹੀ ਮੁਸਲਮਾਨ ਧਰਮ ਸੀਗਾ, ਪਰ ਉਹਨੇ ਬਚਣ ਦੀ ਖਾਤਰ ਆਪਣਾ ਪਹਿਰਾਵਾ ਬਦਲਿਆ ਸੀਗਾ, ਪਰ ਉਹਦਾ ਅੰਦਰਲਾ ਮੁਸਲਮਾਨ ਨਹੀਂ ਕਦੇ ਵੀ ਮਰਿਆ ਸੀਗਾ। ਇਸੇ ਕਰਕੇ ਜਦੋਂ ਮਾਹੌਲ ਬਦਲ ਜਾਂਦਾ ਨਾ, ਉਹ ਮੁੜ ਤੋਂ ਖੈਰਦੀਨ ਬਣ ਜਾਂਦਾ ਤੇ ਚੋਰੀ ਚੋਰੀ ਨਮਾਜ਼ ਵੀ ਪੜ੍ਹਦਾ ਤੇ ਆਪਣੇ ਮੁਸਲਮਾਨ ਰਿਸ਼ਤੇਦਾਰਾਂ ਨੂੰ ਵੀ ਮਿਲਦਾ ਰਹਿੰਦਾ ਹੈ। ਸੋ ਵਿਦਿਆਰਥੀਓ, ਇੱਥੇ ਤੁਹਾਡੇ ਦੋਨੇ ਲੈਕਚਰ ਖਤਮ ਹੁੰਦੇ ਆ। ਬੜੇ ਹੀ ਮਹੱਤਵਪੂਰਨ ਤੇ ਇੰਪੋਰਟੈਂਟ ਹੈਗੀਆਂ ਦੋਨੇ ਕਵਿਤਾਵਾਂ, ਬਹੁਤ ਸੌਖੀਆਂ, ਸਿੰਪਲ ਹੈ। ਤੁਸੀਂ ਦੇਵਨੀਤ ਦੀਆਂ ਇਹਨਾਂ ਦੋਨਾਂ ਕਵਿਤਾਵਾਂ ਦੇ ਵਿਸ਼ੇ ਵਸਤੂ ਨੂੰ ਚੰਗੀ ਤਰ੍ਹਾਂ ਕਰ ਲਿਓ। ਇਹਨਾਂ ਦੇ ਸਰਲ ਅਰਥ ਤੇ ਜਿਹੜੇ ਛੋਟੇ ਕੁਐਸਚਨ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ ਉਹਨਾਂ ਦੀ ਗੱਲ ਤੁਸੀਂ ਕਰ ਲਿਓ। ਬੜੀਆਂ ਵਧੀਆ ਦੋਨੇ ਕਵਿਤਾਵਾਂ ਹੈਗੀਆਂ। ਤੇ ਜਦੋਂ ਇਹ ਆਪਣਾ ਪਾਠ ਪੁਸਤਕ ਖਤਮ ਹੋ ਜੂਗੀ 1-2 ਲੈਕਚਰਾਂ ਦੇ ਵਿੱਚ, ਫਿਰ ਅਸੀਂ ਨਾਵਲ ਤੁਸੀਂ ਪੜ੍ਹ ਲਓ ਵਿਦਿਆਰਥੀਓ। ਤੁਹਾਨੂੰ ਮੈਂ ਉਹਦੀ ਪਿਕ ਭੇਜ ਦੂੰਗਾ WhatsApp ਦੇ ਉੱਪਰ, ਲੈ ਲਿਓ ਕਿਤਾਬ, ਖਰੀਦ ਲਿਓ। ਉਹਦੇ ਬਾਰੇ ਆਪਾਂ ਜਿਹੜੇ ਲੈਕਚਰ ਦੇਵਾਂਗੇ ਉਹਦੇ ਵਿਸ਼ੇ ਵਸਤੂ ਬਾਰੇ, ਨਾਵਲ ਕਲਾ ਬਾਰੇ ਜਾਂ ਕੋਈ ਹੋਰ ਤਰ੍ਹਾਂ ਦੇ ਜਿਹੜੇ ਕੁਐਸਚਨ ਹੋਣਗੇ ਉਹਨਾਂ ਬਾਰੇ ਆਪਾਂ ਲੈਕਚਰ ਦੇਵਾਂਗੇ। 2-4 ਲੈਕਚਰਾਂ 'ਚ ਖਤਮ ਕਰ ਦਿਆਂਗੇ। ਫਿਰ ਤੁਹਾਡਾ ਜਿਹੜਾ 5-4 ਲੈਕਚਰ ਜਿਹੜੇ ਹੋਣਗੇ ਭਾਸ਼ਾ ਬਾਰੇ, ਉਹ ਦੇ ਕੇ ਤੁਹਾਡਾ ਸਿਲੇਬਸ ਆਪਾਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ, ਤੁਹਾਡੇ ਪੇਪਰਾਂ ਤੋਂ ਪਹਿਲਾਂ। ਸੋ ਅੱਜ ਦਾ ਲੈਕਚਰ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਤੁਸੀਂ ਲਗਾਤਾਰ ਜਿਸ ਤਰ੍ਹਾਂ ਪਹਿਲਾਂ ਰਿਪੋਰਟਾਂ ਭੇਜਦੇ ਉਸੇ ਤਰ੍ਹਾਂ ਮੈਨੂੰ ਰਿਪੋਰਟਾਂ ਭੇਜੋ, ਕਿਸ ਤਰ੍ਹਾਂ ਲੈਕਚਰ ਲੱਗਿਆ, ਕਿੱਦਾਂ ਲੱਗਿਆ। ਤੁਸੀਂ ਲਗਾਤਾਰ ਸੰਪਰਕ ਦੇ ਵਿੱਚ ਰਹਿਣਾ ਹੁੰਦਾ, ਦੱਸਣਾ ਹੁੰਦਾ। ਅੱਜ ਦਾ ਲੈਕਚਰ ਆਪਾਂ ਇੱਥੇ ਹੀ ਖਤਮ ਕਰਦੇ ਹਾਂ।